ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂ, ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗੋ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਨਵਾਜ਼ਿਸ਼ ਹੈ। ਸ਼ਾਮ ਸਮੇਂ ਸਤਸੰਗਤ ਦਾ ਸਮਾਂ ਅਸੀਂ ਮਾਣ ਪਾ ਰਹੇ ਹਾਂ। ਆਪ ਵਰਚੁਅਲ ਸਾਈਟਸ ਤੋਂ, ਟੈਲੀਵਿਜ਼ਨ ਰਾਹੀਂ ਜਾਂ ਹੋਰ ਮੀਡੀਆ ਰਿਸੋਰਸਿਸ ਰਾਹੀਂ ਗੁਰੂ ਸ਼ਬਦ ਦੀ ਆਭਾ ਦੇ ਨਾਲ ਜੁੜ ਰਹੇ ਸੀਗੇ, ਸਤਸੰਗਤ ਮਾਣ ਰਹੇ ਸੀਗੇ। ਇਹ ਖਾਸ ਕਰਕੇ ਦਿਨ ਸਾਡੀ ਤਵਾਰੀਖ ਦੇ ਦਿਨ ਨੇ। ਜਿਵੇਂ ਅਜੇ ਹੁਣੇ ਰਾਗੀ ਵੀਰ ਆਪ ਨੂੰ ਕਵਿਤਾ ਦੇ ਰੂਪ ਦੇ ਵਿੱਚ ਪਰਿਵਾਰ ਵਿਛੋੜੇ ਦੀ ਉਸ ਬਾਤ ਨੂੰ ਪਾ ਰਹੇ ਸੀ। ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਰਬੰਸਤਾਨੀ, ਜਿਨ੍ਹਾਂ ਨੇ ਇਸ ਸਮੁੱਚੀ ਮਾਨਵ ਜਗਤ ਵਿੱਚ ਭਾਵੇਂ ਤਵਾਰੀਖ ਜਿੱਥੋਂ ਤੱਕ ਮਰਜ਼ੀ ਲੈ ਜਾਈਏ, ਈਵਨ ਮਿਥਿਹਾਸ ਵਿੱਚ ਜਿਹੜਾ ਹੈਗਾ ਉਹਨੂੰ ਇਨਵੋਲਵ ਕਰ ਲਈਏ, ਤੇ ਅੱਜ ਤੋਂ ਬਾਅਦ ਜਦੋਂ ਤੱਕ ਪੁਸ਼ਤਾਂ ਤੇ ਲੋਕ ਰਹਿਣਗੇ, ਉਹ ਸਾਰੇ ਦੇ ਵਿੱਚ ਇੱਕ ਲਾ ਮਿਸਾਲ, ਜਿਹਦੀ ਕੋਈ ਮਿਸਾਲ ਐਗਜ਼ਾਮਪਲ ਨਹੀਂ ਗੀ, ਉਹ ਸਾਰਾ ਕਰਮ ਇਸ ਧਰਤੀ ਦੇ ਉੱਤੇ ਮਨੁੱਖਾਂ ਦੇ ਭਲੇ ਤੇ ਮਾਨਵਤਾ ਦੀ ਹੋਂਦ ਲਈ ਕੀਤਾ। ਸੋ ਸਾਰੇ ਕਾਰਜ ਦਾ ਇਸ ਤਰ੍ਹਾਂ ਕਹਿ ਲਈਏ ਕਿ ਜਿਹੜਾ ਖਾਸ ਕਰਕੇ 2 ਵੀਕਸ ਨੇ 1704 ਨੂੰ ਅਸੀਂ ਜਦੋਂ ਯਾਦ ਕਰਦੇ ਹਾਂ, ਇਹ ਉਹਦਾ ਥ੍ਰੈਸ਼ਹੋਲਡ ਨੇ, ਉਹਦੇ ਐਕਸਟ੍ਰੀਮ ਰੰਗ ਨੂੰ ਬਿਆਨ ਕਰਦੇ ਨੇ, ਜਿਹਦੇ 'ਚ ਬਹਾਦਰੀ ਹੈ, ਦਲੇਰੀ ਹੈ, ਜਿਹਦੇ 'ਚ ਕੁਰਬਾਨੀ ਹੈ, ਜਿਸ 'ਚ ਆਪਾ ਨਿਵਾਰਨ ਦੀ ਸਭ ਤੋਂ ਵੱਡੀ ਬਾਤ ਆਉਂਦੀ ਹੈ, ਅਤੇ ਜਿਸ ਵਿੱਚ ਹੀ ਸਾਨੂੰ ਮਨੁੱਖ ਹੋਣ ਦਾ, ਜਿਹਨੂੰ ਕਹਿ ਲਓ ਕਿ ਇੱਕ ਹਰਖ, ਇੱਕ ਮਾਣ ਮਹਿਸੂਸ ਹੁੰਦਾ ਆ, ਕਿਉਂਕਿ ਮਨੁੱਖਾਂ ਦੀ ਦੁਨੀਆ ਦੇ ਵਿੱਚੋਂ ਇਹ ਚੀਜ਼ ਨਿਕਲ ਕੇ ਆਉਂਦੀ ਹੈ। ਫਿਰ ਉਸੇ ਹੀ ਫੁਲਵਾੜੀ ਨੂੰ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਕਦੀ ਆਪਣੇ ਹੱਥੀਂ ਲਾਇਆ ਸੀਗਾ, ਉਹਦਾ ਜਿਹੜਾ ਰੂਪ ਕਿਹੋ ਜਿਹਾ ਹੋਏਗਾ, ਕਿਸ ਅਸੀਂ ਸ਼ਬਦ 'ਤੇ ਪੜ੍ਹਦੇ ਹਾਂ ਨਾ ਵੀ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਜਿਹਦਾ ਸੁਪਨ ਭਾਵ ਭਗਤ ਕਬੀਰ ਜੀ ਨੇ ਮਨੁੱਖੀ ਸਮਾਜ ਨੂੰ ਚੰਗੇਰਾ ਬਣਾਉਣ ਵਾਸਤੇ ਆਪਣੇ ਸ਼ਬਦਾਂ 'ਚ ਸਿਰਜਿਆ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਖਾਓ, ਖੇਤ ਜੋ ਮਾਂਡਿਓ ਸੂਰਮਾ, ਅਬ ਜੋ ਜਨ ਕੋ ਦਾਓ, ਸੂਰਾ ਸੋ ਪਹਿਚਾਨੀਆਂ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਕਬੂ ਨਾ ਛਾੜੈ ਖੇਤ। ਉਹਦੀ ਐਗਜ਼ੈਕਟਲੀ ਪ੍ਰੈਕਟੀਕਲ ਪਿਕਚਰ, ਯਥਾਰਥਕ ਧਰਾਤਲ ਦੇ ਉੱਤੇ ਉਹਦੀ ਹੋਂਦ ਨੂੰ ਇਜ਼ਹਾਰ ਵਿੱਚ ਲਿਆਂਦਾ, ਇਹ ਉਹ ਸਮਾਂ ਹੈ। ਸੋ ਇਸ ਬਾਬਤ ਬੜੀ ਲੰਮੇਰੀ ਚੌੜੀ ਬਾਤ ਹੋ ਸਕਦੀ ਹੈ। ਤਵਾਰੀਖ ਦੇ ਰੰਗਾਂ ਦੇ ਉੱਤੇ ਵੀ, ਇੱਕ ਇੱਕ ਇਨਸੀਡੈਂਟ ਦੇ ਉੱਤੇ ਵੀ ਪੋਇਟਿਕ ਵੇ ਦੇ ਨਾਲ ਸਾਡੇ ਕੋਲ ਬਹੁਤ ਕੁਛ ਹੈਗਾ ਆ ਕਹਿਣ ਨੂੰ, ਸੁਣਨ ਨੂੰ, ਜਿਹਦੇ 'ਚ ਸਾਡਾ ਬੜੇ ਭਾਵਨਾਤਮਕ ਤੇ ਇਮੋਸ਼ਨਲ ਲੈਵਲ 'ਤੇ ਅਸੀਂ ਉਹਦੇ 'ਚ ਇੰਗੇਜ ਕਰ ਜਾਂਦੇ ਹਾਂ। ਫਿਲਾਸਫੀਕਲ ਸਾਈਡ ਤੋਂ ਵੀ, ਜੀਵਨ ਦੇ ਦਾਰਸ਼ਨਿਕ ਪੱਖ ਨੂੰ ਵੀ ਸਹੇਜਣ ਵਾਲਾ ਸਭ ਕੁਛ ਹੀ ਪਿਆ ਇਹਦੇ ਵਿੱਚ। ਸੋ ਇਹ ਸਾਰੇ ਦਾ ਇੱਕ ਮਿਕਸਚਰ ਜਿਹਾ, ਸਾਰੇ ਨੂੰ ਇੱਕ ਤਰ੍ਹਾਂ ਦੇ ਨਾਲ ਕਹਿ ਲਓ ਕਿ ਸਭ ਪੱਖਾਂ ਤੋਂ ਥੋੜ੍ਹੀ ਥੋੜ੍ਹੀ ਬਾਤ ਪਾਉਣ ਦਾ ਮੈਂ ਪ੍ਰਯਾਸ ਕਰਾਂਗਾ, ਯਤਨ ਕਰਾਂਗਾ। ਪ੍ਰਾਰੰਭ ਕਰਦਾ ਕੁਝ
ਪਿਛੋਕੜ ਵਿੱਚੋਂ ਬਾਤ ਪਾਵਾਂਗਾ ਅੱਜ। ਹਾਲਾਂਕਿ ਅੱਜ ਦਾ ਦਿਨ ਜਿਹੜਾ ਹੈਗਾ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਸਾਕਾਏ ਚਮਕੌਰ ਉਹਦਾ ਅੱਜ ਐਕਚੁਅਲ ਲੈਵਲ 'ਤੇ ਕਹਿੰਦੇ ਨੇ ਦਿਨ ਬਣਦਾ ਜੇ ਡੇਟ ਵਾਈਜ਼ ਅਸੀਂ ਦੇਖਦੇ ਹੈਗੇ ਆ। ਪਰ ਜਿਵੇਂ ਜਿਵੇਂ ਸਮਾਂ ਟਾਈਮ ਅਲਾਓ ਕਰੇਗਾ ਮੈਂ ਯਤਨ ਕਰਾਂਗਾ ਮੈਂ ਆਪਣੀ ਹਾਜ਼ਰੀ ਫਤਿਹ ਨਾਲ ਲਵਾਉਣ ਵਾਸਤੇ ਆਪ ਜੀ ਦੇ ਚਰਨਾਂ 'ਚ ਹਾਜ਼ਰ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਤ ਥੋੜ੍ਹੀ ਪਿਛੋਕੜ 'ਚ ਕਰ ਲਈਏ। ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ 'ਤੇ ਜਗਤ ਫੇਰੀਆਂ ਕੀਤੀਆਂ, ਉਹਨਾਂ ਜਗਤ ਫੇਰੀਆਂ ਦੇ ਵਿੱਚ ਸਾਡੇ ਕੋਲੇ ਮਤਲਬ ਅਰਾਊਂਡ ਫਿਗਰ ਹੈ ਕਿ 60,000 ਮੀਲ ਦਾ ਸਫ਼ਰ ਬਣਦਾ ਆ। ਮੋਸਟਲੀ ਪੈਦਲ ਤੈਅ ਕੀਤਾ, ਪਿੰਡ ਪਿੰਡ ਗਿਰਾਂ ਗਿਰਾਂ ਜਨ ਜਨ ਮਤਲਬ ਇਸ ਤਰੀਕੇ ਨਾਲ ਬਾਤ ਕੀਤੀ। ਅਤੇ ਸਾਰੇ ਦੇ ਵਿੱਚੋਂ ਗੁਰੂ ਸਾਹਿਬ ਨੇ ਉਸ ਖਿੱਤੇ ਉਸ ਸਮਾਜ ਅਤੇ ਮਨੁੱਖ ਦੀ ਅਸਲ ਵਿੱਚ ਮੁਸ਼ਕਿਲ ਨੂੰ ਸਮਝਿਆ ਕਿ ਮੁਸ਼ਕਿਲ ਹੈ ਕੀ ਹੈ। ਧਰਮ ਗ੍ਰੰਥ ਵੀ ਨੇ, ਧਾਰਮਿਕ ਸਥਾਨ ਵੀ ਨੇ, ਧਰਮ ਦੀ ਗੱਲ ਵੀ ਬੜੀ ਹੋ ਰਹੀ ਹੈ। ਧਰਮ ਦੇ ਨਾਂ ਦੇ ਉੱਤੇ ਤੇ ਲੋਕ ਲੜ ਰਹੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨਾ, ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬਾਹਮਣ ਮੁਲਾਣੇ। ਮਰ ਰਹੇ ਨੇ, ਲੜ ਲੜ ਕੇ ਮਰ ਰਹੇ ਨੇ। ਇੱਥੇ ਤੇ ਹਾਲਤ ਇਹ ਹੈ ਕਿ ਨਾ ਤੀਰਥਾਂ 'ਤੇ ਜਗ੍ਹਾ ਆ, ਨਾ ਧਾਰਮਿਕ ਸਥਾਨਾਂ ਦੇ ਵਾਸਤੇ ਜਗ੍ਹਾ ਆ, ਨਾ ਧਾਰਮਿਕ ਅਨੁਸ਼ਠਾਨ ਕਰਮ। ਮੁਸ਼ਕਿਲ ਕਿੱਥੇ ਬਣ ਗਈ। ਸਹੀ ਰੂਪ ਵਿੱਚ ਬਾਤ ਕੀਤੀ ਜਾਏ ਨਾ ਤੇ ਗੁਰੂ ਸਾਹਿਬ ਦੀ ਬਾਣੀ 'ਚ ਅਸੀਂ ਸ਼ਬਦ ਪੜ੍ਹਦੇ ਹਾਂ, ਅਧਿਆਤਮ ਕਰਮ ਕਰੇ ਤਹਿ ਸਾਚਾ, ਮੁਕਤ ਭੇਦ ਕਿਆ ਜਾਣਨਾ ਕਾਚਾ। ਅਧਿਆਤਮਕਤਾ ਫਲਸਫਿਆਂ ਦਾ ਜਾਂ ਵਿਖਾਵੇ ਦਾ ਜਾਂ ਕਿਸੇ ਰਿਚੁਅਲਿਜ਼ਮ ਦਾ ਇਹਦਾ ਨਾਂ ਨਹੀਂ ਹੈਗਾ। ਤੁਸੀਂ ਅੱਜ ਕੱਲ੍ਹ ਲਫ਼ਜ਼ ਆਉਂਦੇ ਅਧਿਆਤਮਕਤਾ। ਅਧਿਆਤਮ ਕੀ? ਅਧਿਆਤਮ ਕਰਮ ਕਰੇ ਤੈਂ ਸਾਚਾ। ਜਿੱਥੇ ਕਰਮ ਬਿਲਕੁਲ ਸੱਚ ਦੀ ਡਗਰ 'ਤੇ ਹੈ ਅਤੇ ਸੱਚ ਨੂੰ ਇਹ ਕਿਹਾ ਗਿਆ ਕਿ ਸੱਚ ਜਿਹੜਾ ਆ ਇਹ ਖੰਡੇ ਦੀ ਧਾਰ 'ਤੇ ਤੁਰਨ ਦੇ ਬਰਾਬਰ ਹੈ। ਇਹ ਕੋਈ ਮਤਲਬ ਕੋਈ ਬਾਤ ਜੱਗੋਂ 13ਵੀਂ ਨਹੀਂ ਹੈ, ਕੋਈ ਕੋਇਨਸੀਡੈਂਟ ਨਹੀਂ ਹੈਗਾ ਗੱਲਾਂ। ਅਸੀਂ ਹਫ਼ਤੇ 'ਚੋਂ ਲੰਘ ਰਹੇ ਹਾਂ ਅਤੇ ਦਿੱਲੀ ਦੀਆਂ ਸੜਕਾਂ ਦੇ ਆਲੇ ਦੁਆਲੇ ਕਿਰਸਾਨੀ ਮਜ਼ਦੂਰੀ ਕਰਨ ਵਾਲੇ ਲੋਕ ਉਹ ਸਟਰਗਲ ਕਰ ਰਹੇ ਨੇ ਅਤੇ ਜਿਹੜੇ ਲੀਡਿੰਗ ਰੋਲ ਦੇ ਵਿੱਚ ਨੇ ਉਹ ਗੁਰੂ ਨਾਨਕ ਦੇ ਪੁੱਤ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਕਲੋ ਸੂਰਤ ਬਖਸ਼ੀ ਹੋਈ ਉਹਦੀ ਪੱਗ ਸਿਰ 'ਤੇ ਬੰਨ੍ਹ ਕੇ ਖੜੇ ਨੇ। ਇਹ ਐਕਚੁਅਲ ਲੈਵਲ 'ਤੇ ਬਾਤ ਆ, ਕਿਉਂਕਿ ਜਦੋਂ ਬੰਦਾ ਹੱਕ ਸੱਚ ਲਈ ਤੁਰੇਗਾ ਤੇ ਇਹਦਾ ਰਾਹ ਕੋਈ ਸਿੱਧਾ ਨਹੀਂ, ਪੇਥਲਾ ਨਹੀਂ ਹੈਗਾ। ਮਤਲਬ ਉਸ ਤਰੀਕੇ ਦਾ ਸਾਵਾ ਸਟੇਟ ਫਾਰਵਰਡ ਜਾਂ ਬੜਾ ਜਿਹਨੂੰ ਕਹਿ ਦੇ ਸਮੂਥ ਨਹੀਂ ਹੈਗਾ। ਇਹ ਖੰਡੇ ਦੀ ਧਾਰ ਦਾ ਚੈਲੰਜਿੰਗ ਰਾਹ ਹੈ ਇਸ ਰੂਪ ਦੇ ਵਿੱਚ। ਅਤੇ ਚੈਲੰਜ ਇਕੱਲੇ ਬਾਹਰ ਨਹੀਂ ਹੁੰਦੇ, ਬਾਹਰੋਂ ਤੇ ਲੋਕ ਮਾਰਨਗੇ, ਕੋਈ ਫਿਜ਼ੀਕਲ ਐਸੈਸੀਨੇਸ਼ਨ ਕਰ ਦੇਗਾ, ਕੋਈ ਫਿਜ਼ੀਕਲ ਕਿਸੇ ਲੈਵਲ 'ਤੇ ਕਰ ਦੇਗਾ। ਵੱਡਾ ਚੈਲੰਜ ਤੇ ਬੰਦੇ ਦੇ ਅੰਦਰ ਪਿਆ ਆ। ਜਿਹੜਾ ਅੰਦਰ ਦਾ ਚੈਲੰਜ ਆ ਉਸ ਨੂੰ ਸਭ ਤੋਂ ਵੱਡੀ ਬਾਤ ਡਰ। ਮਨੁੱਖਾਂ ਦੇ ਸਮਾਜਾਂ ਨੂੰ ਡਰਾ ਕੇ ਡਰ ਦੇ ਆਧਾਰ 'ਤੇ ਸਭ ਕੁਝ ਸਥਾਪਿਤ ਆ। ਡਰੇ ਹੋਏ ਲੋਕ ਨਾ ਕਰਨ ਯੋਗ ਕੰਮ ਕਰਦੇ ਨੇ। ਡਰੇ ਹੋਏ ਲੋਕ ਇਵਨ ਧਰਮ ਦੇ ਖੇਤਰ 'ਚ ਆ ਜਾਈਏ, ਬੰਦੇ ਨੂੰ ਕਿਹਾ ਜਾਂਦਾ ਤੂੰ ਆਹ ਕੰਮ ਕਰ ਧਰਮ ਦਾ, ਨਹੀਂ ਤੇ ਖਰਾਬ ਹੋ ਜਾਏਗਾ ਕੰਮ। ਬੰਦਾ ਡਰ ਵਿੱਚੋਂ ਧਰਮ ਨਿਕਲ ਰਿਹਾ, ਡਰ ਵਿੱਚੋਂ ਪੂਜਾ ਅਰਚਨਾ ਨਿਕਲ ਰਹੀ ਹੈ, ਡਰ ਵਿੱਚੋਂ ਸਭ ਤਰ੍ਹਾਂ ਦੇ ਜਿਹੜਾ ਆ ਧਾਰਮਿਕ ਅਨੁਸ਼ਠਾਨ ਨਿਕਲ ਰਹੇ ਨੇ। ਇਹ ਅਧਿਆਤਮਕਤਾ ਨਹੀਂ ਗੀ। ਅਧਿਆਤਮਕਤਾ ਤੇ ਇਹ ਹੈ ਆਪਣੇ ਆਪ ਨੂੰ ਸਮਝਣਾ, ਆਪਣੇ ਆਪ ਨੂੰ ਅਹਿਸਾਸਣਾ। ਗੁਰੂ ਬਾਬਾ ਜੀ ਜਿਵੇਂ ਬਹੁਤ ਸਾਰੀਆਂ ਮੈਂ ਅੱਜ ਦੇ ਜਿਹੜਾ ਕੌਨਸੈਪਟ ਵਿੱਚ ਵੀ ਨਾਲ ਗੱਲ ਪਾਵਾਂਗਾ। ਕਿਹਾ ਵੀ ਜਾ ਰਿਹਾ ਇਹ ਜੰਗ ਲੰਮੀ ਹੋ ਸਕਦੀ ਹੈ, ਲੰਮੀ ਹੋਏਗੀ ਇਸ ਤਰੀਕੇ ਨਾਲ। ਭਾਈ ਬੜੀ ਲੰਮੀ ਹੈ। ਇਹ ਸਿਰਫ ਇਹ ਨਹੀਂ ਕਿ 2-4 ਕਾਨੂੰਨ ਬਦਲ ਗਏ ਤੇ ਸਭ ਚੀਜ਼ਾਂ ਹੋ ਗਈਆਂ। ਭਾਈ ਇਹ ਤਾਂ ਬੜੀ ਲੰਮੀ ਹੈ। ਇਹ ਤਾਂ ਪੂਰੀ ਦੁਨੀਆ ਦੇ ਵਿੱਚ ਹੈ, ਮਨੁੱਖਾਂ ਦੇ ਹਰ ਸਮਾਜ ਵਿੱਚ, ਸਾਡੇ ਆਪਣੇ ਸਮਾਜ ਵਿੱਚ, ਸਾਡੇ ਆਪਣੇ ਪਰਿਵਾਰਾਂ ਦੇ ਵਿੱਚ, ਸਾਡੇ ਆਪਣੇ ਆਪ ਨਾਲ ਹੈ ਬਹੁਤ ਕੁਛ। ਇਹ ਸਿੱਝਣ ਵਾਲਾ, ਨਜਿੱਠਣ ਵਾਲਾ, ਸੰਭਾਲਣ ਵਾਲਾ, ਇਹ ਸਭ ਚੀਜ਼ਾਂ ਨਾਲ ਲੈ ਕੇ ਚੱਲਣਾ ਪਏਗਾ। ਸੋ ਜਦੋਂ ਅਸੀਂ ਇਸ ਰੂਪ ਵਿੱਚ ਦੇਖਦੇ ਹਾਂ ਤੇ ਗੁਰੂ ਨਾਨਕ ਸਾਹਿਬ ਸਾਰੇ ਨੂੰ ਡਾਇਗਨੋਸ ਕਰਦੇ ਤੇ ਡਾਇਗਨੋਸ ਕਰਕੇ ਪਹਿਲੇ ਲੈਵਲ 'ਤੇ ਲਿਆਂਦੇ ਕਿ ਡਰ, ਜਿਹੜਾ ਡਰ ਆ, ਗੁਰੂ ਸਾਹਿਬ ਨੇ ਬਾਣੀ 'ਚ ਦੀ ਪਰਿਭਾਸ਼ਾ ਬੜੀ ਕਮਾਲ ਦੀ ਦਿੱਤੀ ਹੈ। ਮਹਾਰਾਜ ਬਿਆਨ ਕਰਦੇ, ਡਰੀਐ ਜੇ ਡਰ ਹੋਵੇ ਹੋਰ। ਉਹ ਸਾਰੇ ਸੂਰਮੇ
ਦਲੇਰੀ ਦੇ, ਬਹਾਦਰੀ ਦੇ, ਨਿਡਰਤਾ ਦੇ ਪ੍ਰਤੀਕ ਨੇ। ਜਿੱਥੇ ਕੋਈ ਡਰ ਹੈ ਹੀ ਨਹੀਂ। 40 ਤੇ ਥੋੜੀ ਜਿਹੀ ਗਿਣਤੀ ਵੱਧ ਭੁੱਖਣ ਪਾਣੇ, ਕੱਚੀ ਗੜੀ ਦੇ ਵਿੱਚ ਖੜੇ ਲੱਖਾਂ ਦੀ ਜਿਹੜਾ ਮੁਲਖਈਏ ਦੇ ਸਾਹਮਣੇ ਲੜਨ ਲਈ ਤਿਆਰ ਬੈਠੇ ਨੇ, ਲੜਦੇ ਨੇ, ਬਲਕਿ ਮੈਦਾਨ ਆਪ ਮਗਾਉਂਦੇ ਨੇ ਗਿਣਤੀਵਾਰ ਬਾਹਰ ਨਿਕਲ ਕੇ। ਪੂਰਾ ਦਿਨ ਜੰਗ ਚੱਲਦੀ ਹੈ, ਸਵੇਰ ਦੀ ਸ਼ੁਰੂ ਹੋਈ ਸ਼ਾਮ ਤੱਕ ਜਾਂਦੀ ਹੈ। ਮਤਲਬ ਬੇਸਾਵੀ ਜੰਗ, ਜਿਹਨੂੰ ਕਿਹਾ ਜਾਏ ਕਿ ਦੋਨਾਂ ਲੈਵਲ ਦਾ ਕੋਈ ਸਮਤਲ ਹੈ ਹੀ ਨਹੀਂ। ਦੇਰ ਨੋ ਸਿਮਿਲਰਿਟੀਜ਼ ਇਨ ਐਕਚੁਅਲੀ ਯੂ ਕੈਨ ਸੇ ਕੁਆਂਟਿਟੀ ਵਾਈਜ਼ ਗਿਣਤੀ ਕੋਈ ਨਹੀਂ ਗੀ। ਜੇ ਤੁਸੀਂ ਉਹਨਾਂ ਦੇ ਟ੍ਰੇਨਿੰਗ ਜਾਂ ਉਹ ਉਸ ਲੈਵਲ 'ਤੇ ਦੇਖੋ ਤਾਂ ਵਕਤੀ ਤੌਰ 'ਤੇ ਲੋਕ ਕਹਿਣਗੇ ਸ਼ਾਹੀ ਫੌਜਾਂ ਸੀਗੀਆਂ, ਵੈਲ ਇਕੁਇਪਡ ਸੀਗੀਆਂ, ਵੱਧ ਸੋਰਸਸ ਸੀਗੇ, ਪਲਾਨਿੰਗ ਸੀਗੀ, ਸਾਰਾ ਕੁਝ ਸੀਗਾ। ਇੱਥੇ ਤੇ ਗੁਰੂ ਕੇ ਸਿੱਖ ਨੇ, ਗੁਰੂ ਤੇ ਜਾਨਾਂ ਵਾਰਨ ਦੇ ਇੱਕ ਉਸ ਇਸ਼ਕ ਦੇ ਵਿੱਚ ਖੇਵੇ ਹੋਏ ਉਹਦੇ ਅੰਦਰ। ਪਰ ਤੁਸੀਂ ਦੇਖੋ ਕਿਸ ਲੈਵਲ 'ਤੇ। ਕਾਰਨ ਕੀ ਹੈ? ਡਰ ਬਾਹਰ ਨਹੀਂ ਗਾ, ਨਾ ਗਿਣਤੀ 'ਚ ਡਰ ਹੈ। ਡਰ ਤੇ ਬੰਦੇ ਦੇ ਅੰਦਰ ਦੀ ਮਨ ਦੀ ਦੁਨੀਆ 'ਚੋਂ ਪੈਦਾ ਹੁੰਦਾ। ਬਾਣੀ 'ਚ ਮਹਾਰਾਜ ਨੇ ਬਿਆਨ ਕੀਤਾ, ਡਰੀਏ ਜੇ ਡਰ ਹੋਵੇ ਹੋ। ਡਰੋ, ਜ਼ਰੂਰ ਡਰੋ। ਜੇ ਡਰ ਕੋਈ ਬਲਾ ਆ, ਡਰ ਹੈ ਹੀ ਕੁਛ ਨਹੀਂ। ਡਰ ਤਾਂ ਐਵੇਂ ਜਿਹੜਾ ਆ ਸਾਡੇ ਮਨ ਦਾ ਇੱਕ ਵਾਹ ਵਲੇਵਾ ਆ। ਹਾਂ, ਡਰਨਾ, ਪਰ ਲੋਕੀ ਡਰਦੇ ਨੇ, ਬੜੇ ਡਰਾਉਂਦੇ ਵੀ ਨੇ। ਸਭ ਕਹਿੰਦੇ ਮਨ ਕਾ ਸ਼ੋਰ, ਇਹ ਮਨ ਦਾ ਰੌਲਾ ਆ। ਮਨ ਨੂੰ ਸ਼ਾਂਤ ਕਰ। ਜਿਹਦਾ ਮਨ ਸ਼ਾਂਤ ਨਹੀਂ ਗਾ, ਉਹਨੂੰ ਕੋਈ ਅਹਿਸਾਸ ਨਹੀਂ ਗਾ ਬਾਹਰ ਦੀ ਦੁਨੀਆ ਨੂੰ ਕਿਵੇਂ ਨਜਿੱਠਣਾ ਹੈ, ਕਿਵੇਂ ਚਲਾਉਣਾ ਹੈ, ਕਿਵੇਂ ਸੰਭਾਲਣਾ ਹੈ। ਫਿਰ ਬਾਹਰ ਦਾ ਰੌਲਾ ਜਿੰਨਾ ਵੱਧ ਜਾਏਗਾ, ਜਿੰਨਾ ਜਿਸ ਕਿਸਮ ਦਾ ਖੂੰਖਾਰ ਭਿਅੰਕਰ ਹੋਏਗਾ, ਉਸ ਰੌਲੇ ਉਹਨਾਂ ਆਵਾਜ਼ਾਂ, ਜਿਹੜੀ ਰੋਰਿੰਗ ਹੁੰਦੀ ਹੈ ਨਾ, ਜਿਹੜੀ ਆਵਾਜ਼ ਹੁੰਦੀ ਹੈ ਵੱਡੇ ਲੈਵਲ 'ਤੇ, ਇਹੀ ਬੰਦੇ ਨੂੰ ਲਗਾਤਾਰ ਡਰਾਉਂਦੀ ਹੈ, ਧਮਕਾਉਂਦੀ ਹੈ, ਸਭ ਚੀਜ਼ਾਂ ਕਰਦੀਆਂ ਨੇ। ਸੋ ਇਹ ਸਭ ਰੂਪਾਂ ਨੂੰ ਗੁਰੂ ਨਾਨਕ ਸਾਹਿਬ ਨੇ ਪਹਿਲੇ ਲੈਵਲ 'ਤੇ ਕਿਹਾ। ਤੇ ਫਿਰ ਇਹ ਹੈ, ਇਹਦੇ ਨਾਲ ਹੀ ਇੱਕ ਬਲੀਵ ਸਿਸਟਮ, ਵਿਸ਼ਵਾਸ, ਆਤਮ ਵਿਸ਼ਵਾਸ ਜਿਹੜਾ ਹੁੰਦਾ ਹੈ। ਆਤਮ ਵਿਸ਼ਵਾਸ ਬਾਬਾ ਨਾਨਕ ਜੀ ਉਹਨਾਂ ਲੋਕਾਂ ਨੂੰ ਬਿਆਨ ਕਰਦੇ ਜਿਹੜੇ ਲੋਕ ਜੀਵਨ ਦੀਆਂ ਰੰਗਰਲੀਆਂ ਦੇ ਵਿੱਚ ਗਵਾਚੇ ਪਏ ਸੀਗੇ। ਤੇ ਇਹ ਚੇਤੇ ਰੱਖੀਏ, ਸਾਡਾ ਇੱਕ ਤਵਾਰੀਖੀ ਗ੍ਰੰਥਾਂ ਦਾ ਬਚਨ ਹੈ, ਜੋ ਬਾਬੇ ਕੇ ਦਾਮ ਨ ਦੇ ਹੈ ਤਿਨ ਤੇ ਫਿਰ ਬਾਬਰ ਕੇ ਲੈ ਹੈ। ਬਾਬਰ ਤੇ ਬਾਬੇ ਦੀ ਬਾਤ ਪ੍ਰਿੰਸੀਪਲ ਸਤਬੀਰ ਸਿੰਘ ਬਹੁਤ ਸੁੰਦਰ ਕੰਪੈਰੀਜ਼ਨ ਵਿੱਚ ਲਿਆ ਕੇ ਕਰਦੇ ਕਈ ਰੂਪਾਂ ਦੇ ਵਿੱਚ। ਪਰ ਇਹਦੇ 'ਚ ਹਕੀਕਤ ਆ, ਜੇ ਤੁਸੀਂ ਸਹੀ ਤੇ ਚੰਗੇਰੇ ਪਾਸੇ ਆਪਣਾ ਜੀਵਨ ਇਨਵੈਸਟ ਨਹੀਂ ਕਰੋਗੇ, ਆਪਣੀ ਐਨਰਜੀ ਇਨਵੈਸਟ ਨਹੀਂ ਕਰੋਗੇ, ਇਸ ਐਨਰਜੀ ਦੁਆਰਾ ਕਮਾਏ ਗਏ ਸਰਮਾਏ ਨੂੰ ਸਹੀ ਪਾਸੇ ਨਹੀਂ ਲਗਾਓਗੇ, ਭਾਈ ਫਿਰ ਇਹ ਹੈ ਕੂੜ ਦੀ ਕੀਤੀ ਕਮਾਈ ਉਹ ਆਪਣੇ ਆਪ ਨੂੰ ਆਪ ਹੀ ਬਰਬਾਦ ਤੇ ਤਬਾਹ ਕਰਨ ਵਾਲੇ ਪਾਸੇ ਲੈ ਜਾਏਗੀ। ਇਹ ਲਾਹ ਆ ਮਦਰ ਨੇਚਰ ਦਾ। ਸਭ ਜ਼ਿਕਰ ਕਰਦੇ ਕਿ ਚੇਤੇ ਰੱਖੀ, ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਧੂਰ, ਸੇ ਸਿਰ ਕਾਤੀ ਮੁਨੀਅਨ ਗਲ ਵਿੱਚ ਆਵੈ ਧੂਰ। ਇਹ ਨਹੀਂ ਕਿ ਕਿਸੇ ਨੇ ਸ਼ਮਸ਼ੀਰ ਚੱਕ ਲਈ ਤੇ ਅੱਗੋਂ ਮਾਰਨ ਵਾਸਤੇ ਕੋਈ ਆ ਗਿਆ। ਭਈ ਮਾਰਨ ਵਾਸਤੇ ਤੇ ਵੈਸੇ ਵੀ ਆ ਰਹੇ ਨੇ, ਜਿਨ੍ਹਾਂ ਨੇ ਸਿਰਾਂ ਤੇ ਪੱਟੀਆਂ ਸੋਭ ਲਈਆਂ, ਜਿਨ੍ਹਾਂ ਨੇ ਗਰੀ ਛੁਹਾਰੇ ਮੇਵੇ ਖਾਣੇ ਬੈਠ ਕੇ ਮਹਿਲਾਂ ਦੇ ਵਿੱਚ ਰੰਗ ਰਲੀਆਂ ਮਾਰਨ, ਜਿਨ੍ਹਾਂ ਦਾ ਕੋਈ ਹੈ ਹੀ ਨਹੀਂ, ਲੈਣ ਦੇਣ ਹੀ ਨਹੀਂ ਹੈਗਾ ਕਿਸੇ ਚੀਜ਼ ਨਾਲ, ਉਹਨਾਂ ਨੂੰ ਕਿਹੜਾ ਆ ਕੇ ਨਹੀਂ ਮਾਰ ਰਹੇ, ਨਹੀਂ ਕੁੱਟ ਰਹੇ। ਹਮਲਾਵਰ ਆ ਹੀ ਰਹੇ ਨੇ। ਬਾਬਰ ਦੇ ਜਰਬਾਣੇ ਫੌਜੀ ਜਿਹੜੇ ਨੇ ਚੜ੍ਹ ਕੇ ਸੈਦਪੁਰ ਆ ਕੇ ਗਾਜਰਾਂ ਮੂਲੀਆਂ ਵਾਂਗ ਬੰਦਿਆਂ ਨੂੰ ਵੱਢਦੇ ਨੇ। ਕੋਈ ਤਰਕ ਦਲੀਲ ਨਹੀਂ, ਕੋਈ ਕੁਛ ਨਹੀਂ ਉੱਥੇ। ਤੇ ਸਾਰੇ ਰੰਗ ਨੂੰ ਤੇ ਗੁਰੂ ਸਾਹਿਬ ਉਹਨਾਂ ਨੂੰ ਇਨ ਟਾਈਮ ਅਵੇਅਰ ਕਰਦੇ ਨੇ। ਹਾਲਾਂਕਿ ਬਾਬਾ ਜੀ ਦੇ ਬਚਨ ਇਹ ਨੇ ਵੀ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਉਹ ਭਲੇ ਹੋਏ ਸੱਚ ਬੋਲਣ ਦੇ ਵੇਲੇ ਦੇ ਵਿੱਚ ਸੱਚ ਬੋਲਿਆ ਜਾ ਰਿਹਾ। ਇਹ ਨਹੀਂ ਜਦੋਂ ਵੇਲਾ ਵਿਹਾਜ, ਜਦੋਂ ਵਕਤ ਲੰਘ ਜੋ ਤਾਂ ਕਈ ਲੋਕੀ ਕਹਿੰਦੇ ਨੇ ਹਾਂ ਭਾਈ ਇਹ ਗੱਲ ਸੀ ਕਿ ਮੇਰੇ ਤੇ ਮਨ ਵਿੱਚ ਆ ਗਈ ਸੀ ਗੱਲ, ਪਰ ਮੈਂ ਦੱਸੀ ਨਹੀਂ। ਬਾਬਾ ਜੀ ਕਹਿੰਦੇ ਮੈਂ ਦੱਸ ਰਿਹਾ, ਮੈਂ ਸਮਝਾ ਰਿਹਾ। ਚੇਤੇ ਰੱਖਿਆ ਜੇ, ਇਹ ਜਿਹੜਾ ਹੈ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ। ਇਹ ਖੁਰਾਸਾਨੀਅਤ ਜਿਹੜਾ ਇਲਾਕਾ ਪੈਂਦਾ ਸਾਰਾ, ਉੱਥੋਂ ਲਗਾਤਾਰ ਹਮਲਾਵਰ ਆਉਣ, ਅੱਗੇ ਨਹੀਂ ਆਉਣਗੇ, ਜ਼ਰੂਰ ਆਉਣਗੇ। ਤੁਹਾਡੀ ਕੀ ਤਿਆਰੀ ਹੈ? ਤੁਸੀਂ ਉਹਦੇ ਬਾਬਤ ਆਪਣੇ ਆਪ ਨੂੰ ਕਿਵੇਂ ਤਿਆਰ ਪ੍ਰਪੇਅਰ ਕੀਤਾ ਹੈਗਾ? ਭਾਈ ਉਹਦੇ ਬਾਬਤ ਕੰਮ ਕਰੋ, ਉਹਦੇ ਬਾਰੇ ਧਿਆਨ ਦਿਓ। ਜਿਹੜੇ ਲੋਕ ਮੁਸ਼ਕਿਲ ਆਉਣ ਤੋਂ, ਸੌਰੀ ਟੂ ਸੇ, ਫਿਰ ਅੱਜ ਦੇ ਕੌਨਟੈਕਸਟ ਵਿੱਚ ਗੱਲ ਕਰਦਾ, ਕੋਵਿਡ-19 ਦੀ ਕੋਈ ਨਿਊ ਸਟ੍ਰੇਨ UK ਤੋਂ ਆਪ ਸਾਰੇ ਨਿਊਜ਼ ਨਾਲ ਸੁਣਦੇ ਹੋ, ਉਹਦੇ ਬਾਰੇ ਪਤਾ ਲੱਗਾ ਕਿਵੇਂ ਦੇ ਮੈਜਰਸ ਲਏ ਜਾ ਰਹੇ ਨੇ।
ਜਿਵੇਂ ਹੀ ਉਹ ਫਲੈਸ਼ ਕੀਤੀ, ਰਾਈਟ ਵੇ all flights are cancelled. People who are coming from UK or Europe, they have to report. If they don't report, they're gonna actually get big fine and everything. ਇਹ ਔਨ ਪਲੇਟ ਆ ਸਾਰਾ ਕੁਛ। ਜਦੋਂ ਵੁਹਾਨ 'ਚ ਸਾਰਾ ਕੁਛ ਹੋ ਰਿਹਾ ਸੀਗਾ, ਸੋ ਈਜ਼ੀ, ਇਟਸ ਓਕੇ। ਉੱਥੇ ਲੋਕ ਕਰੂਜ਼ ਸ਼ਿਪਸ 'ਤੇ ਜਾ ਰਹੇ ਨੇ, ਉੱਥੇ ਲੋਕ ਯੂਰਪ ਜਾ ਰਹੇ ਨੇ, ਉੱਥੇ ਸਮਿਟਸ ਹੋ ਰਹੇ ਨੇ, ਉੱਥੋਂ ਸਮਿਟਸ ਤੋਂ ਇੱਥੇ ਆ ਰਹੇ ਨੇ ਲੋਕ, ਅਮਰੀਕਾ, ਸਾਰਾ ਕੁਛ। ਇਟਸ ਨੋਟ ਏ ਬਿਗ ਡੀਲ। ਉਦੋਂ ਪਤਾ ਲੱਗਾ ਜਦੋਂ ਬਿਗ ਡੀਲ ਇਹ ਬਣ ਗਈ ਕਿ ਪੂਰੀ ਦੁਨੀਆ ਜਿਹੜੀ ਹੈਗੀ ਹੈ ਉਹ ਇੱਕਦਮ ਇਹਦੀ ਸ਼ੈਡੋ ਦੇ ਵਿੱਚ ਆ ਗਈ। ਹੁਣ ਪਤਾ ਲੱਗਾ ਨੋ 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 ਨੋ, ਇਹਦੇ ਵਾਸਤੇ ਬੀ ਅਵੇਅਰ, ਜਾਗਰਤ ਹੋਵੋ ਭਾਈ, ਇਹ ਚੀਜ਼ ਫੈਲ ਜਾਏਗੀ, ਵਾਪਰ ਜਾਏਗੀ। ਗੁਰੂ ਸਾਹਿਬ ਦਾ ਬਾਣੀ ਦੇ ਸ਼ਬਦ ਨੇ, ਇਸ ਗ੍ਰਹਿ ਮਹਿ ਕੋਈ ਜਾਗਤ ਰਹਿ, ਸਾਬਤ ਵਸਤੂ ਆਪਣੀ ਲਹੈ। ਇਹ ਧਰਤੀ ਦੇ ਤੇ ਇਸ ਮਨੁੱਖਾ ਸਰੀਰ ਦੇ ਜਿਹਦੇ 'ਚ ਜਿਹੜਾ ਕੁਝ ਜਾਗਦਾ ਆ, ਉਹ ਸਾਬਤ ਤੇ ਸਾਲਮ ਪ੍ਰਾਪਤ ਕਰਦਾ ਹੈ, ਅਦਰਵਾਈਜ਼ ਬੰਦਾ ਲੁੱਟਿਆ ਜਾਂਦਾ। ਸੋ ਇਹ ਚੀਜ਼ ਚੇਤੇ ਰੱਖੀ ਜਾਏ। ਜਿਹੜੀ ਬੁਨਿਆਦੀ ਲੋੜ ਹੈ ਉਹ ਅਵੇਅਰਨੈਸ ਦੀ ਹੈ, ਜਾਗਰਤੀ ਦੀ ਹੈ। ਜਾਗਰਤੀ ਹੈ ਆਪਣੇ ਆਪ ਬਾਰੇ। ਜਿਵੇਂ ਆ ਸਰੀਰ ਹੀ ਹੈ, ਆਖਰਕਾਰ ਤੁਸੀਂ ਦੇਖੋਗੇ ਨਾ, ਲੋਕ ਤੇ ਅੱਜ ਵੀ ਮਰ ਰਹੇ ਨੇ, ਲੋਕ ਤੇ ਅੱਜ ਤੋਂ ਪਿੱਛੇ ਵੀ ਮਰਦੇ ਸੀਗੇ। ਜਿਸ ਦਿਨ ਗੁਰੂ ਸਾਹਿਬ, ਭਾਵੇਂ ਉਹ 7 ਮਹੀਨੇ ਦਾ ਘੇਰਾ ਸੀਗਾ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ, ਸ਼ਹਾਦਤਾਂ ਹੋ ਰਹੀਆਂ ਸੀਗੀਆਂ, ਭਾਵੇਂ ਉਹ ਸਰਸਾ ਨਦੀ ਦਾ ਕਿਨਾਰਾ ਸੀਗਾ, ਸ਼ਹਾਦਤਾਂ ਹੋ ਰਹੀਆਂ ਸੀਗੀਆਂ, ਭਾਵੇਂ ਉੱਥੋਂ ਚਮਕੌਰ ਜਾ ਕੇ ਸ਼ਹਾਦਤਾਂ ਹੋ ਰਹੀਆਂ ਸੀਗੀਆਂ। ਜੇ ਆਪਾਂ ਕੈਲਕੂਲੇਟ ਕਰਾਂਗੇ ਤਾਂ ਪਤਾ ਇਹ ਲੱਗਦਾ ਕਿ ਅਰਾਊਂਡ 6-7.5 ਕਰੋੜ ਦੇ ਨੇੜੇ ਆਬਾਦੀ ਬਣਦੀ ਉਸ ਸਮੇਂ ਦੇ ਵਿੱਚ ਪੂਰੇ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ। ਅਤੇ ਇੰਨੀ ਕੁ ਆਬਾਦੀ ਦੇ ਨਾਲ ਜੇ ਐਵਰੇਜ ਲੈਵਲ 'ਤੇ ਦੇਖੋਗੇ ਤਾਂ ਐਵਰੇਜ ਜਿਹੜੀ ਏਜ ਹੈ ਉਹ ਲੈਸ ਦੈਨ 24 ਈਅਰ ਹੈ ਉਹਨਾਂ ਸਮਿਆਂ ਦੇ ਵਿੱਚ। ਅਤੇ ਜੇ ਤੁਸੀਂ ਕੈਲਕੂਲੇਸ਼ਨ ਕਰੋਗੇ ਤਾਂ ਕੈਲਕੂਲੇਸ਼ਨ ਦੇ ਮੁਤਾਬਕ ਪਤਾ ਲੱਗੇਗਾ ਕਿ ਜੇ ਗੁਰੂ ਸਾਹਿਬ ਦੇ ਨਾਲ ਕਿਹਾ ਗਿਆ ਕਿ ਹਜ਼ਾਰਾਂ ਸਿੰਘਾਂ ਦੀ ਸ਼ਹਾਦਤ ਹੋਈ, ਮਤਲਬ ਚਮਕੌਰ ਤੋਂ ਲੈ ਕੇ ਉਸ ਤੋਂ ਪਹਿਲਾਂ ਦੇ ਜਿਹੜਾ ਹੈਗਾ ਸਰਸਾ ਦਰਿਆ ਦੇ ਵਿੱਚ, ਅਤੇ ਉਸ ਤੋਂ ਪਿੱਛੇ ਚਲੇ ਆਈਏ ਅਤੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਦੇ ਵਿੱਚ, ਚਲੋ ਜਿਸ ਨੂੰ ਕਿਸੇ ਇੱਕ ਨੰਬਰ 'ਚ ਅਸੀਂ ਲੈ ਲਈ ਵੀ ਇੰਨੇ ਨੰਬਰ, ਉਨੇ ਹੀ ਸਮੇਂ ਪੀਰੀਅਡ ਦੇ ਵਿੱਚ ਦੇਖੀਏ ਕਿ ਹੋਰ ਪੰਜਾਬ ਅਤੇ ਦੇ ਸਾਊਥ ਏਸ਼ੀਆ ਦੇ ਆਲੇ ਦੁਆਲੇ ਲੋਕ ਕਿੰਨਿਆਂ ਦੀ ਜਾਨਾਂ ਗਈਆਂ ਹੋਣਗੀਆਂ, ਕਿੰਨੇ ਮਰੇ ਹੋਣਗੇ, ਗਿਣਤੀ ਵੱਧ ਜਾਏਗੀ। ਪਰ ਇਹਨਾਂ ਨੂੰ ਅਸੀਂ ਦੇਖਦੇ ਹਾਂ, ਇਹਨਾਂ ਦੇ ਉਸ ਜਿੱਥੇ ਜਿੱਥੇ ਜਗ੍ਹਾ ਉਹ ਹੋਇਆ ਉੱਥੇ ਗੁਰਦੁਆਰੇ ਉਸਰੇ, ਉੱਥੇ ਹਜ਼ਾਰਾਂ ਲੋਕ ਜਾਂਦੇ, ਉਸ ਧਰਤੀ ਦੀ ਜਿਹੜੀ ਖਾਕ ਹੈ ਉਹ ਵੀ ਅਕਸੀਰ ਆ, ਚੁੱਕ ਕੇ ਮਿੱਟੀ ਮੱਥੇ ਨੂੰ ਲਾਉਂਦੇ। ਇਸ ਤਰੀਕੇ ਦੇ ਨਾਲ ਨਾ ਲੈਂਦੇ ਆਪਣੇ ਆਉਣ ਵਾਲੀਆਂ ਜਨਰੇਸ਼ਨਸ ਨੂੰ, ਬੱਚਿਆਂ ਨੂੰ ਦੱਸਣ ਤੇ ਸਮਝਾਉਣ ਵਾਸਤੇ। ਉਹਦੇ 'ਚੋਂ ਕਮਿਊਨਿਟੀ ਨਿਕਲੀ, ਜਿਸ ਕਮਿਊਨਿਟੀ ਨੂੰ ਵਰਲਡ ਵਾਈਡ ਲੋਕਾਂ ਨੇ ਕਿਹਾ ਕਿ ਦੈਟ ਕਮਿਊਨਿਟੀ ਇਜ਼ ਏ ਮਾਰਸ਼ਲਾਈਜ਼ਡ ਕਮਿਊਨਿਟੀ। ਇਹ ਮਾਰਸ਼ਲ ਕਮਿਊਨਿਟੀ ਹੈਗੀ, ਜਿਨ੍ਹਾਂ ਨੂੰ ਈਵਨ, ਕਿਉਂਕਿ ਅੱਜ ਅਸੀਂ ਵੈਸਟਰਨ ਅਮਰੀਕਨਾਈਜ਼ਡ ਵਰਲਡ 'ਚ ਬੈਠੇ ਹਾਂ, ਨਾਰਥ ਅਮਰੀਕਾ ਦੇ ਵਿੱਚ, ਅਤੇ ਇਹਦੇ 'ਚ ਇਹ ਹੈ ਕਿ ਸਾਨੂੰ ਵਰਲਡ ਵਾਰਸ ਬਾਰੇ ਪਤਾ, ਜਾਂ ਵਰਲਡ ਦੀਆਂ ਉਸ ਕਿਸਮ ਦੀਆਂ ਡਾਕੂਮੈਂਟੇਸ਼ਨ ਦਾ ਪਤਾ ਆ, ਬੱਚੇ ਵੀ ਉਹਨੂੰ ਪੜ੍ਹ ਸਮਝ ਸਕਦੇ ਨੇ। ਫਸਟ ਵਰਲਡ ਵਾਰ, ਸੈਕਿੰਡ ਵਰਲਡ ਵਾਰ, ਦੇਖੋ ਤੁਸੀਂ ਕਿਵੇਂ ਤੁਹਾਡੇ ਪੁਰਖਿਆਂ ਨੇ ਸਾਰਾ ਰੂਪ ਅਦਾ ਕੀਤਾ। ਇਹ ਸਾਰਾ ਕਿੱਥੋਂ ਆ ਰਿਹਾ ਆ? ਇਹਦੀ ਵਿਰਾਸਤ 'ਚ ਉਹ ਬਜ਼ੁਰਗ ਬੈਠੇ ਨੇ, ਇਹਦੀ ਵਿਰਾਸਤ ਦੇ ਵਿੱਚ ਉਹ ਰੂਹਾਂ ਦੀ ਕੁਰਬਾਨੀ ਬੈਠੀ ਹੈ। ਪਰ ਜਿਹੜੀ ਮੈਂ ਬਾਤ ਕੀਤੀ, ਜਿਸ ਬੰਦੇ ਨੂੰ ਆਪਣੇ ਸਰਮਾਏ ਦਾ ਹੀ ਨਹੀਂ ਪਤਾ, ਸਰਮਾਇਆ ਪੈਸਾ, ਦੌਲਤ, ਸਭ ਚੀਜ਼ਾਂ, ਜਿਵੇਂ ਸੈਦਪੁਰ ਬਾਬਰ ਲੁੱਟਣ ਲਈ ਆਇਆ ਅਤੇ ਗੁਰੂ ਸਾਹਿਬ ਉਹਨਾਂ ਨੂੰ ਪਹਿਲਾਂ ਇਨ ਟਾਈਮ ਅਵੇਅਰ ਕਰ ਰਹੇ ਸੀ। ਗੁਰੂ ਸਾਹਿਬ ਸਿਰਫ ਮਹਿਲਵਾੜੀਆਂ ਅਤੇ ਸੋਨੇ ਚਾਂਦੀ ਅਤੇ ਇਹਦੇ ਬਾਰੇ ਅਵੇਅਰ ਨਹੀਂ ਸੀ ਕਰ ਰਹੇ। ਸਭ ਤੋਂ ਵੱਡਾ ਸਰਮਾਇਆ ਧਰਤੀ 'ਤੇ ਮਨੁੱਖਾ ਜ਼ਿੰਦਗੀ ਹੈ। ਮਨੁੱਖਾ ਜ਼ਿੰਦਗੀ 'ਚ ਪਿਆ ਹੋਇਆ ਵੱਡਾ ਸਰਮਾਇਆ, ਜਿਹਦੇ 'ਚ ਹਰ ਤਰ੍ਹਾਂ ਦਾ ਹੁਨਰ, ਹਰ ਤਰ੍ਹਾਂ ਦੀ ਆਭਾ ਪਈ ਹੈ। ਈਵਨ ਗੁਰੂ ਸਾਹਿਬ ਤੇ ਕਿ ਕੰਚਨ ਕਾਇਆ ਕੋਟਗੜ੍ਹ, ਬਾਹਰ ਦੇ ਕੰਚਨ ਛੱਡੋ, ਬਾਹਰ ਦਾ ਸੋਨਾ ਤੇ ਜੇ ਖਰੀਦਦਾਰ ਨਾ ਹੋਏ, ਵਿਕੇ ਕਿ ਨਾ ਵਿਕੇ, ਜਾਂ ਉਹਦੀ ਕੀਮਤ ਉੱਤੇ ਥੱਲੇ ਜਾਂਦੀ, ਪਰ ਸਭ ਤੋਂ ਵੱਡੀ ਕੰਚਨ ਤੇ ਆਹੀ ਹੈ। ਕੋਟਗੜ੍ਹ ਵਿੱਚ ਹਰੀ ਵਸਦਾ। ਇਹ ਅਕਾਲ ਪੁਰਖ ਵਾਹਿਗੁਰੂ ਦੀ ਬਖਸ਼ੀ ਹੋਈ ਦਾਤ ਆ। ਜੇ ਬੰਦਾ ਇਸ ਨੂੰ ਧਰਤੀ ਦੇ ਉੱਤੇ ਸਹੀ ਰੂਪ ਦੇ ਵਿੱਚ ਨਾ ਮਾਣ ਸਕੇ, ਜੀ ਸਕੇ, ਗੁਲਾਮੀ, ਸਲੇਵਰੀ, ਗੁਰਬਤ, ਅੰਤਰੀਵ ਰੂਪ ਦੇ ਵਿੱਚ ਬੰਦਾ ਹਰ ਚੜ੍ਹਦੇ ਦਿਨ ਦੇ ਨਾਲ ਮਰਦਾ ਆ। ਜਾਂ ਪਹਿਲੇ ਲੈਵਲ 'ਤੇ ਦੇਖੀਏ ਤੇ ਜੋ ਅੱਜ ਗੱਲ ਹੋ ਰਹੀ ਹੈ ਕਿ ਜੀ ਅੰਬਾਨੀ ਦੀ ਗੱਲ ਹੋ ਰਹੀ, ਅਡਾਨੀ ਦੀ ਗੱਲ ਹੋ ਰਹੀ, ਇਸ ਕਿਸਮ ਦੇ ਨਾਲ ਤੁਸੀਂ ਦੇਖਦੇ ਹੋ ਸਭ ਉਸ ਰੂਪ ਦੇ ਵਿੱਚ। ਹਕੀਕੀ ਬਾਤ ਇਹ ਹੈ ਕਿ ਜਿਹੜਾ ਇਹ ਸਰਮਾਏ ਨੂੰ ਇਕੱਠਾ ਕਰਕੇ ਤੇ ਲੋਕਾਂ ਨੂੰ ਆਪਣੇ ਕੰਟਰੋਲ ਵਿੱਚ ਕਰਨਾ, ਜੇ ਪਿਛੋਕੜ ਵਿੱਚ ਦੇਖਿਆ ਜਾਏ ਤੇ ਪਿਛੋਕੜ ਦੇ ਵਿੱਚ ਵੀ ਤਾਂ ਇਹੋ ਹੀ ਚੀਜ਼ਾਂ ਸੀਗੀਆਂ।
ਜਿਹੜੀ ਗੁਰੂ ਸਾਹਿਬ ਨੇ ਆਜ਼ਾਦੀ ਦੀ ਬਾਤ ਕੀਤੀ। ਹੁਣ ਉਹ ਜਿਹੜੇ ਮੁਗਲ ਹੁਕਮਰਾਨ ਸੀਗੇ ਉਹ ਤੇ ਫੌਜਾਂ ਲੈ ਕੇ ਆਏ, ਪਰ ਜੇ ਅਸੀਂ 7 ਮਹੀਨੇ ਦਾ ਘੇਰਾ ਦੇਖਦੇ ਹਾਂ ਤੇ ਉਸ ਘੇਰੇ ਦੇ ਵਿੱਚ ਜਿਹੜੇ ਲੋਕ ਘੇਰਾ ਪਾਉਣ ਲਈ ਆਏ ਨੇ ਉਹਨਾਂ 'ਚ ਕੌਣ ਨੇ? ਪਹਾੜੀ ਰਾਜੇ ਨੇ। ਇਹ ਤੇ ਉਹ ਲੋਕ ਨੇ ਜਿਨ੍ਹਾਂ ਨੂੰ ਕਦੀ ਗੁਰੂ ਹਰਗੋਬਿੰਦ ਸਾਹਿਬ ਛੁਡਾ ਕੇ ਲਿਆਏ ਸੀਗੇ ਆਪਣੇ ਗਵਾਲੀਅਰ ਦੇ ਕਿਲੇ ਦੇ ਵਿੱਚੋਂ। ਇਹ ਉਹਨਾਂ ਦੀਆਂ ਔਲਾਦਾਂ ਨੇ। ਹੋਇਆ ਕੀ ਹੈ, ਅਸਲ ਰੂਪ ਦੇ ਵਿੱਚ ਮਨੁੱਖ ਦੀ ਹੋਣੀ ਨੂੰ, ਉਹਦੀ ਹੋਂਦ ਨੂੰ, ਮਤਲਬ ਕਿਸੇ ਤਰੀਕੇ ਦੇ ਨਾਲ ਵੀ ਉਹਨੂੰ ਉਹਨਾਂ ਹਕੂਕਾਂ ਤੋਂ, ਹੱਕਾਂ ਤੋਂ ਮਹਿਰੂਮ ਰੱਖਣਾ ਆ। ਇਹੀ ਸਭ ਤੋਂ ਵੱਡੀ ਜੰਗ ਸੀਗੀ। ਗੁਰੂ ਨਾਨਕ ਸਾਹਿਬ ਨੇ ਇਹਦਾ ਇੱਕ ਰੂਪ ਚਲਾਇਆ। ਹਾਲਾਂਕਿ ਬੜੇ ਡਿਟੇਲ 'ਚ ਬਾਤ ਆਉਣ ਦੇ ਦਿਨਾਂ 'ਚ ਕਰਦੇ ਰਹਾਂਗੇ, ਪਰ ਮੈਂ ਮੌਲਿਕ ਜੀ ਬਾਤ ਕਰਨ ਲੱਗਾ ਸੀਗਾ ਕਿ ਲੋਕੀ ਕਈ ਵਾਰੀ ਕਹਿੰਦੇ ਨੇ ਕਿ ਫਿਊ ਥਿੰਗਸ ਆਰ ਟੋਟਲੀ ਇੰਪੋਸੀਬਲ। ਦਾਨੇ ਲੋਕੀ ਕਹਿੰਦੇ ਨਹੀਂ, ਨਥਿੰਗ ਇਜ਼ ਇੰਪੋਸੀਬਲ ਇਨ ਦਿਸ ਵਰਲਡ। ਈਵਨ ਇੰਪੋਸੀਬਲ ਵਰਡ ਵੀ ਜਿਹੜਾ ਆ, ਜੇ ਆਪਣੇ ਆਪ ਉਹਨੂੰ ਤੁਸੀਂ ਸਪੈਲ ਆਊਟ ਕਰੋਗੇ ਪ੍ਰੋਪਰਲੀ ਐਂਡ ਟਰਾਈ ਟੂ ਐਕਚੁਅਲੀ ਜਸਟ ਡਿਸਟਿੰਗੁਇਸ਼ ਫਿਊ ਵਰਡਸ ਫਰੋਮ ਦਾ ਹੋਲ, ਫਿਊ ਲੈਟਰਸ ਫਰੋਮ ਹੋਲ ਵਰਡ, ਕਹਿੰਦੇ ਨੇ ਆਈ ਨੂੰ ਵੱਖਰਾ ਕਰ ਦਿਓ, ਐਮ ਨੂੰ ਵੱਖਰਾ ਕਰ ਦਿਓ ਤੇ ਫਿਰ ਪੋਸੀਬਲ ਲਿਖੋ, ਪਤਾ ਲੱਗੇਗਾ ਜਿਹੜਾ ਇੰਪੋਸੀਬਲ ਲਿਖਿਆ ਉਹੀ ਕਹਿ ਰਿਹਾ ਆਈ ਐਮ ਪੋਸੀਬਲ। ਮੇਰੇ ਵਿੱਚ ਹੀ ਇਹ ਪਾਇਆ ਆ ਕਿ ਹੋ ਸਕਦਾ ਆ। ਭਾਵੇਂ ਇਹ ਕੋਈ ਇਹਦੇ 'ਚ ਐਸੀ ਬਾਤ ਨਹੀਂ ਹੈ, ਪਰ ਹਕੀਕਤ ਇਹ ਵੀ ਸੀਗੀ ਕਿ ਮਨੁੱਖ ਉਸ ਸਮਾਜ ਦੇ ਵਿੱਚ ਜਿੱਥੇ ਇਹ ਕਿਹਾ ਜਾਂਦਾ ਸੀਗਾ ਕਿ ਘਰ ਕਰਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਹਾਰੀ, ਇੱਕ ਪੋਲੀਟੀਕਲ ਰਜ਼ੀਮ ਕਾਬੂ ਸੀਗਾ। ਉਹਦੀ ਭਾਵੇਂ ਗਿਣਤੀ ਵੀ ਥੋੜ੍ਹੀ ਸੀਗੀ, ਪਰ ਉਹਨੇ ਆਪਣੀ ਜ਼ਬਾਨ, ਆਪਣਾ ਕਲਚਰ, ਸਾਰਾ ਕੁਝ ਪੂਰੀ ਤਰ੍ਹਾਂ ਡੋਮੀਨੇਟ ਕੀਤਾ ਹੋਇਆ ਸੀਗਾ। ਤੇ ਲੋਕ ਉਹਨਾਂ ਦੀ ਬੋਲੀ ਬੋਲਦੇ, ਉਹਨਾਂ ਦੇ ਬਸਤਰ ਪਾਉਂਦੇ, ਨੀਲ ਬਸਤਰਲੇ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਇਹ ਹਾਲਤ ਸੀਗੀ। ਹੁਣ ਇਹ ਸਾਰੇ ਤੋਂ ਬਾਹਰ ਕਿਵੇਂ ਨਿਕਲਿਆ ਜਾਏ? ਇਹਦੇ ਲਈ ਕਹਿੰਦੇ ਨੇ ਜਦੋਂ ਕਿਸੇ ਚੀਜ਼ ਨੂੰ ਪੋਸੀਬਲ ਬਣਾਉਣਾ ਹੋਏ ਐਜ਼ ਏ ਮੂਵਮੈਂਟ ਦੇ ਤੌਰ 'ਤੇ ਮੂਵ ਕਰਕੇ ਇੱਕ ਕੰਪਲੀਟ, ਜਿਵੇਂ ਇੰਦਰ ਭੂਸ਼ਣ ਬੈਨਰਜੀ ਕਹਿੰਦੇ, ਕੰਪਲੀਟ ਟਰਾਂਸਫਰਮੇਸ਼ਨ, ਇੱਕ ਸਮੁੱਚੀ ਜਿਹੜੀ ਹੈ ਉਹ ਤਬਦੀਲੀ ਦੀ ਬਾਤ ਕੀਤੀ ਜਾਏ, ਇਹਦੇ ਲਈ ਫਿਰ 3 ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ। ਨੰਬਰ 1 ਚੀਜ਼ ਜਿਹੜੀ ਹੈਗੀ ਏ ਉਹ ਹੈਗੀ ਰਿਸੋਰਸ, ਨੰਬਰ 2 ਹੈਗੀ ਹੈ ਟ੍ਰੇਨਿੰਗ, ਤੇ ਨੰਬਰ 3 ਹੈਗਾ ਪਲਾਨਿੰਗ। ਇਹ ਜੋ ਤੁਸੀਂ, ਮੈਂ ਪਹਿਲੇ ਬੇਨਤੀ ਕੀਤੀ, ਤੁਸੀਂ ਜਿਸ ਥ੍ਰੈਸ਼ਹੋਲਡ ਨੂੰ ਦੇਖਦੇ ਹੋ ਚਮਕੌਰ ਦੀ ਗੜੀ ਦੇ ਰੂਪ ਦੇ ਵਿੱਚ, ਇਹ ਥ੍ਰੈਸ਼ਹੋਲਡ ਜਿਹੜਾ ਆ, ਇਹਦੀ ਪਿੱਛੋਂ ਇਹ ਸਾਰੀ ਤੁਸੀਂ ਟ੍ਰੇਨਿੰਗ ਦੇਖੋ, ਇਹਦੇ ਰਿਸੋਰਸਿਸ ਦੇਖੋ, ਇਹਦੀ ਪਲਾਨਿੰਗ ਦੇਖੋ ਤੁਸੀਂ। ਇਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਡਾਟ ਜਿਹੜੇ ਨੇ ਮੈਚ ਕਰਦੇ ਲੱਗੇ ਜਾਂਦੇ ਨੇ, ਜੋ ਤਸਵੀਰ ਉਭਰਦੀ ਹੈ ਉਹ ਸਾਡੇ ਜਿਹੜਾ ਹੈਗਾ ਮਨੁੱਖੀ ਗੁਮਾਨ ਨੂੰ, ਮਨੁੱਖੀ ਜਿਹੜਾ ਹੈ ਉਸ ਜਿਹੜਾ ਅੰਦਰ ਦੇ ਭਾਵ ਆ, ਉਹ ਬੜੇ ਹਾਇਰ ਲੈਵਲ 'ਤੇ ਲੈ ਆਉਂਦੀ ਵੀ ਕਿਆ ਕਮਾਲ ਹੈ, ਐਸਾ ਚਮਕੌਰ ਵਰਗਾ ਸੁੱਚਾ ਮੋਤੀ ਸਾਡੇ ਕੋਲ ਹੀ ਹੈ। ਇਹ ਸਰਹੰਦ ਵਰਗੀ ਜਿਹੜੀ ਆਲਮੀ ਤਵਾਰੀਖੀ ਘਟਨਾ ਆ, ਇਹਦੇ ਵਾਰਸ ਅਸੀਂ ਆ। ਇਹ ਸਾਡੇ ਪੁਰਖਿਆਂ, ਸਾਡੇ ਬਜ਼ੁਰਗਾਂ ਨੇ ਇਸ ਰੂਪੇ ਧਰਤੀ ਨੂੰ ਇਹ ਸੋਰਸ ਪ੍ਰੋਵਾਈਡ ਕੀਤੇ ਨੇ, ਪਰ ਇਹਦੇ ਪਿੱਛੇ ਚੀਜ਼ ਤੁਰੀ ਆ ਰਹੀ। ਖੈਰ, ਜਿਹੜੀ ਥੋੜ੍ਹੀ ਜਿਹੀ ਬੇਨਤੀ ਕਰਨ ਲੱਗਾ ਸੀਗਾ, ਜਿਹੜੇ ਸੋਰਸਿਸ ਹੁੰਦੇ ਨੇ, ਰਿਸੋਰਸਿਸ ਜਿਹਨਾਂ ਨੂੰ ਕਹਿ ਲਓ ਅਸੀਂ, ਜਿਵੇਂ ਕੋਈ ਵੀ ਕਾਰਜਸ਼ੀਲਤਾ, ਕੋਈ ਤੁਸੀਂ ਮਕਾਨ ਬਣਾਉਣਾ ਹੈ, ਕੁਛ ਕਰਨਾ ਹੈ, ਉਹਦੇ ਲਈ ਤੁਸੀਂ ਇੱਕ ਪਲਾਨਿੰਗ ਬਣਾਉਂਦੇ ਹੋ, ਅਤੇ ਪਲਾਨਿੰਗ ਤੋਂ ਪਹਿਲਾਂ ਤੁਸੀਂ ਇਹ ਪਤਾ ਕਰਦੇ ਹੋ ਕਿ ਇਹਦੇ ਲਈ ਸਮਾਨ ਮਿਲ ਜਾਏਗਾ, ਇਹਦੇ ਵਾਸਤੇ ਬ੍ਰਿਕ ਚਾਹੀਦੀ ਹੈ, ਸਟੋਨ ਚਾਹੀਦਾ, ਬੜਾ ਕੁਝ ਚਾਹੀਦਾ। ਜੇ ਮਨੁੱਖਾਂ ਦੇ ਸਮਾਜ ਨੂੰ ਸਿਰਜਣਾ ਤੇ ਰਿਸੋਰਸ ਕੀ ਹੋਣਗੇ? ਪਰ ਰਿਸੋਰਸ ਤੇ ਇਹ ਹੈ ਮਨੁੱਖ ਤੇ ਮਨੁੱਖਾਂ ਨੂੰ ਸਿਖਾਉਣ ਵਾਲੀ ਜਾਚ। ਉਹ ਜਿਹੜੀ ਜਾਚ ਆ ਉਹ ਗੁਰਬਾਣੀ ਹੈ। ਉਹ ਜਿਹੜੀ ਜਾਚ ਆ ਉਹ ਲਿਖਾਵਟ ਹੈ, ਉਹ ਇਹੋ ਜਿਹਾ ਅਧਿਆਤਮਕਤਾ ਦਾ ਸੋਰਸ ਆ। ਅਧਿਆਤਮ ਕਰਮ ਕਰੈ ਤੈ ਸਾਚਾ, ਇੱਕ ਐਸੀ ਰਿਸੋਰਸਫੁਲਨੈਸ ਜਿਹੜੀ ਬੰਦੇ ਨੂੰ ਉਸ ਲੈਵਲ 'ਤੇ ਲੈ ਆਵੇ। ਗੁਰੂ ਸਾਹਿਬ ਬਾਣੀ ਦੇ ਕਰਨਧਾਰ ਬਣੇ। ਬਾਣੀ ਆਪ ਉਚਰਿਤ ਕੀਤੀ, ਇਕੱਲੀ ਆਪ ਉਚਰਿਤ ਨਹੀਂ ਕੀਤੀ, ਬਲਕਿ ਇਕੱਤਰ ਕੀਤੀ, ਅਤੇ ਸਤਸੰਗ ਦੇ ਜਿਹਨੂੰ ਗੋਸ਼ਟ ਕਹਿ ਲਓ, ਕੰਗਰੀਗੇਸ਼ਨ ਕਹਿ ਲਓ, ਇੱਕ ਐਸੇ ਲੈਵਲ ਨੂੰ ਡਿਵੈਲਪ ਕੀਤਾ ਜਿਹੜੇ ਇਹੋ ਜਿਹੇ ਨਗਮੇ ਗਾਏ, ਪੜ੍ਹੇ, ਸੁਣਾਏ ਜਾਂਦੇ ਨੇ। ਮੈਂ ਜੇ ਹੁਣੇ ਪੜ੍ਹਿਆ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ। ਜਦੋਂ ਗਗਨ ਚੁੰਬਵੀਆਂ ਆਵਾਜ਼ਾਂ ਦੇ ਨਾਲ ਦਮਾਮੇ ਉਸ ਰੂਪ ਦੇ ਆਵਾਜ਼ਾਂ ਪਾ ਰਹੇ ਹੋਣ, ਉਹਨਾਂ ਦੀ ਆਵਾਜ਼ ਆ ਰਹੀ ਹੋਏ, ਤੇ ਫਿਰ ਭਾਈ ਪਰਿਓ ਨਿਸ਼ਾਨੇ ਕਹਾਓ,
ਫਿਰ ਤਾਂ ਸਿੱਧੇ ਤੌਰ ਤੇ ਬਾਤ ਹੈ ਵੀ ਨਿਸ਼ਾਨੇ ਜਿਹੜੇ ਨੇ ਜਦੋਂ ਪੈ ਰਹੇ ਨੇ, ਜਦੋਂ ਇਸ ਲੈਵਲ ਤੇ ਇੱਕ ਮੈਦਾਨ ਭਖ ਗਿਆ ਆ, ਫਿਰ ਪੈਂਤੜਾ ਪ੍ਰੋਪਰ ਲੈਣਾ ਚਾਹੀਦਾ ਹੈਗਾ। ਜਿਹੋ ਜਿਹੀਆਂ ਬਾਤਾਂ ਬੰਦਾ ਪੜ੍ਹੇਗਾ, ਉਹਦੀ ਪ੍ਰੈਪਰੇਸ਼ਨ ਜਿਹੜੀ ਹੈ, ਤਿਆਰੀ ਜਿਹੜੀ ਹੈ, ਉਹ ਨਾਲ ਦੀ ਨਾਲ ਮੁਸਲਸਲ ਲਗਾਤਾਰਤਾ ਨਾਲ ਹੋਏਗੀ। ਇਸ ਤਿਆਰੀ ਦੇ ਫਿਰ ਅਸੀਂ ਕਈ ਲੈਵਲ ਦੇਖਦੇ ਹਾਂ। ਮੈਂ ਜਿਹੜੀ ਪਹਿਲੀ ਬਾਤ ਕਰ ਰਿਹਾ ਸੀਗਾ ਕਿ ਅੰਦਰ ਦੇ ਡਰ ਨੂੰ ਜਿਹੜਾ ਹੈਗਾ ਉਹਨੂੰ ਸੰਭਾਲਣਾ, ਉਹਨੂੰ ਦੇਖਣਾ, ਉਸ ਲੈਵਲ ਤੇ ਨਿਡਰ ਹੋ ਜਾਣਾ, ਉਹ ਲੈਵਲ ਸੀਗਾ ਉਸ ਜਗ੍ਹਾ ਤੇ ਆਇਆ ਜਿੱਥੇ ਗੁਰੂ ਸਾਹਿਬ ਨੇ ਸਮਾਜ ਦੀਆਂ ਵੱਡੀਆਂ ਵੱਡੀਆਂ ਰਵਾਇਤਾਂ ਨੂੰ ਚੈਲੰਜ ਕੀਤਾ। ਕਿਉਂਕਿ ਮੈਦਾਨ ਵਿੱਚ ਸੂਰਮਿਆਂ ਨੂੰ ਜਾ ਕੇ ਚੈਲੰਜ, ਇਹ ਫਿਰ ਛੋਟੀ ਜਿਹੀ ਬੇਨਤੀ ਕਰ ਦਿਆਂਗਾ, ਨਾਲ ਨਾਲ ਬਾਤਾਂ ਅੱਗੇ ਵੀ ਜਾਣਗੀਆਂ। ਪਰ ਕਈ ਵਾਰ ਕਹਿੰਦਾ ਕਿ ਅਸੀਂ ਸੋਚਦੇ ਹਾਂ ਕਿ ਸਿੱਖ ਜਿਹੜੇ ਨੇ ਬੜੇ ਲੜਾਕੇ ਹੁੰਦੇ ਨੇ, ਇਹ ਰੋਂਗ ਟਰਮੀਨੋਲੋਜੀ ਹੈ। ਸਿੱਖਸ ਆਰ ਨੋਟ ਫਾਈਟਰਸ ਐਟ ਆਲ। ਮੈਂ ਸਾਡੇ ਇੱਥੇ ਭਾਵੇਂ ਸਾਡੀ ਕਮਿਊਨਿਟੀ ਇੰਨੀ ਜ਼ਿਆਦਾ ਨਹੀਂ ਹੈਗੀ, ਪਰ ਫਿਰ ਵੀ ਨੰਬਰ ਹੈ। ਮੈਂ ਪ੍ਰਿਜ਼ਨਸ ਵਿੱਚ ਲੰਬੇ ਸਮੇਂ ਤੋਂ ਕੰਮ ਕਰਦਾ, ਮੈਨੂੰ ਉੱਥੇ ਪ੍ਰਿਜ਼ਨਸ ਵਿੱਚ ਬੱਚੇ ਮਿਲ ਜਾਂਦੇ ਨੇ ਆਪਣੇ, ਅਤੇ ਉਹ ਨੋ ਡਾਊਟ ਵਾਇਲੈਂਟ ਬਿਹੇਵੀਅਰਸ ਕਰਕੇ, ਕੁਝ ਵਾਇਲੈਂਟ ਇੰਸੀਡੈਂਟਸ ਕਰਕੇ ਉੱਥੇ ਹੁੰਦੇ ਨੇ। ਅਤੇ ਕਈ ਵਾਰੀ ਗੱਲਾਂ ਹੋਣਗੀਆਂ ਅਤੇ ਜਿਹੋ ਜਿਹੀ ਉਹਨਾਂ ਦੀ ਸੁਪਰਫਿਸ਼ੀਅਲ ਅੰਡਰਸਟੈਂਡਿੰਗ ਹੈ, ਅਤੇ ਕਈ ਵਾਰੀ ਪਤਾ ਲੱਗਿਆ ਲੜਾਈ ਕਰਕੇ ਆਇਆ, ਕਿਸੇ ਗੈਂਗ ਵਿੱਚੋਂ ਆਇਆ, ਕਿਸੇ ਨੂੰ ਮਾਰਿਆ ਸੀ, ਕੁੱਟਿਆ ਸੀ, ਕਈ ਵਾਰੀ ਈਵਨ ਕਿਸੇ ਦਾ ਕਤਲ ਵੀ ਹੋ ਗਿਆ, ਇਹ ਸਭ ਵੈਪਨ ਹੈਂਡਲਿੰਗ ਕਰਦਿਆਂ ਹੋਇਆ। ਅਤੇ ਕਈ ਵਾਰੀ ਇਸ ਤਰੀਕੇ ਨਾਲ ਵੀ ਕਹਿਣਗੇ ਕਿ ਲੈ ਵੀ ਆਰ ਸਿੱਖਸ, ਵੀ ਆਰ ਪੰਜਾਬੀ, ਵੀ ਨੈਵਰ ਐਕਚੁਅਲੀ ਉਸ ਤਰੀਕੇ ਨਾਲ ਅਸੀਂ ਲੜਦੇ ਹੁੰਦੇ ਹਾਂ। ਮੈਂ ਕਿਹਾ ਨਹੀਂ, ਗਲਤ ਹੈ। ਸਿੱਖਸ ਆਰ ਨੋਟ ਫਾਈਟਰਸ ਐਟ ਆਲ, ਦੈਨ ਸਿੱਖਸ ਆਰ ਵਾਰੀਅਰਸ। ਸਿੱਖ ਹੋਣ ਦਾ ਮਤਲਬ ਲੜਾਕਾ ਨਹੀਂ ਗਾ। ਲੜਾਕਾ ਬੰਦਾ ਹੋਇਆ ਜਿਹੜਾ ਮਾੜੀ ਜਿਹੀ ਗੱਲ ਦੇ ਉੱਤੇ ਬਾਹਾਂ ਦੀਆਂ ਸਲੀਵਾਂ ਖੋਲ੍ਹ ਕੇ ਉਸੇ ਵਕਤ ਡੋਲਿਆਂ ਦੀਆਂ ਖੱਲੀਆਂ ਵਿਖਾਏ ਤੇ ਕਹੇ ਇੱਧਰ ਆ ਤੂੰ, ਹੁਣ ਮੈਂ ਤੈਨੂੰ ਵੇਖਦਾ ਨਾ। ਸਿੱਖ ਤੇ ਉਹ ਆ ਜਿਹਦੇ 'ਚ ਇੰਤਹਾ ਦਾ ਪੇਸ਼ੈਂਸ ਆ, ਸਬਰ ਆ, ਤੇ ਉਹ ਘਬਰਾਹਟ ਨਹੀਂ ਹੈ, ਡਰ ਨਹੀਂ ਹੈ, ਕਿਸੇ ਦੇ ਜ਼ਬਰ ਨੂੰ ਵੀ ਸਹਿੰਦਾ, ਡਰ ਕਰਕੇ ਨਹੀਂ, ਕਿਉਂਕਿ ਬਹੁਤ ਲੰਮੇਰਾ ਸੋਚਦਾ ਆ। ਜਦੋਂ ਬੰਦਾ ਉਸ ਰਾਹ ਤੇ ਪੈਂਦਾ ਆ, ਜਿਵੇਂ ਮੈਂ ਉਸ ਦਿਨ ਬਾਤ ਕਰ ਰਿਹਾ ਸੀਗਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਉੱਤੇ, ਕਿ ਮਹਾਰਾਜ ਆਪਣੀ ਸ਼ਾਹ ਰਗ ਦਾ ਖੂਨ ਆਫਰ ਕਰਦੇ ਔਰੰਗਜ਼ੇਬ ਨੂੰ, ਵੀ ਲੈ ਮੇਰਾ ਖੂਨ ਲੈ ਤੂੰ, ਪਰ ਮੇਰਾ ਖੂਨ ਲੈ ਕੇ ਲੋਕਾਂ ਦਾ ਖੂਨ ਬਹਾਉਣਾ ਬੰਦ ਕਰ, ਨਾ ਜ਼ੁਲਮ ਨਾ ਕਰ। ਤੇ ਹੁੰਦਾ ਕੀ ਹੈ ਕਿ ਉਹ ਜਿਹੜਾ ਹਾਕਮ ਆ, ਉਹ ਗੁਰੂ ਸਾਹਿਬ ਦਾ ਸ਼ਾਹ ਰਗ ਦਾ ਖੂਨ ਡੋਲਦਾ। ਆਖਰਕਾਰ ਉਹਨਾਂ ਨੂੰ ਜਿਹੜਾ ਹੈ ਉਸ ਇੱਕ ਤਰ੍ਹਾਂ ਦੇ ਨਾਲ ਸਿਰ ਉਹਨਾਂ ਦਾ ਉਤਾਰਦਾ ਧੜ ਦੇ ਉੱਤੋਂ ਦੀ। ਇਸ ਤਰੀਕੇ ਨਾਲ ਸ਼ਹਾਦਤ ਹੁੰਦੀ ਹੈ। ਤੋ ਨਜ਼ਮਕਾਰ ਨੇ ਬਿਆਨ ਕੀਤਾ ਵੀ ਗੁਰੂ ਸਾਹਿਬ ਦੀ ਸ਼ਹਾਦਤ ਇਹ ਬਾਤ ਕਹਿੰਦੀ ਕਿ ਮੇਰੀ ਸਰਫਰੋਸ਼ੀ ਦਾ ਅਸਰ ਕੀ ਨਹੀਂ ਹੋਣਾ, ਤੇ ਇੱਥੋਂ ਮੌਤ ਦਾ ਦਿਉਤਾ ਬਣ ਕੇ ਵੀ ਜੀ ਨਹੀਂ ਹੋਣਾ। ਔਰੰਗਜ਼ੇਬ ਐਸਾ ਹਾਕਮ ਸੀਗਾ ਜਿਹਨੂੰ ਕਿਹਾ ਜਾਂਦਾ ਸੀ ਇਹ ਮੌਤ ਦਾ ਦਿਉਤਾ ਆ। ਇਹ ਇੱਕ ਪਲ ਆਉਂਦਾ ਕਿਸੇ ਨੂੰ ਮੌਤ ਦਾ ਫਤਵਾ ਦੇਣ ਲੱਗਿਆ, ਪਰਵਾਹ ਨਹੀਂ ਕਰਦਾ, ਡਰਦਾ ਨਹੀਂ, ਸਭ ਜਿਹੜਾ ਹੈਗਾ ਤਹਿਸ ਨਹਿਸ ਕਰ ਦਿੰਦਾ। ਉਹ ਹੈ, ਉਹਦਾ ਸੁਭਾਅ ਵੀ ਇਸੇ ਤਰ੍ਹਾਂ ਕਰਦਾ, ਜਿੱਦੀਆ, ਅੜਬ, ਹੰਕਾਰੀ, ਕਿਆ ਜੋ ਹੈ ਬਸ ਉਹੀ ਹੈ, ਇਸ ਰੂਪ ਦੇ ਵਿੱਚ ਵਾਪਸੀ ਨਹੀਂ ਹੋਣੀ ਇਸ ਤਰੀਕੇ ਦੇ ਨਾਲ। ਜਹਾਂਗੀਰ ਨੋ ਡਾਊਟ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵਿੱਚ ਉਹਦਾ ਨਾਂ ਹੁੰਦਾ, ਪਰ ਇਹ ਸੱਚਾਈ ਹੈ। ਜਿਵੇਂ ਹੀ ਉਹ ਰਿਅਲਾਈਜ਼ ਕਰਦਾ ਆ, ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕਰਦਾ, ਪਰ ਜਦੋਂ ਰਿਅਲਾਈਜ਼ ਕਰਦਾ ਆ, ਗੁਰੂ ਹਰਗੋਬਿੰਦ ਸਾਹਿਬ ਦਾ ਹਮਰਕਾਬ ਬਣ ਜਾਂਦਾ। ਮਤਲਬ ਇਹ ਮਨੁੱਖਾਂ ਦਾ ਆਪੋ ਆਪਣਾ ਇਸ ਕਿਸਮ ਦੀ ਬਾਤ ਹੁੰਦੀ ਹੈ। ਸੋ ਇਹ ਕਿਸੇ ਦੇ ਸੁਭਾਵਿਕ ਤੌਰ ਤੇ ਐਸੀ ਬਾਤ ਆ। ਤੇ ਗੁਰੂ ਸਾਹਿਬ ਨੇ ਉਹਨੂੰ ਬਾਤ ਕੀਤੀ, ਕਹਿਣ ਲੱਗੇ ਗੱਲ ਇਹ ਹੈ, ਤੂੰ ਤੇ ਤੇਰੀ ਸਾਰੇ ਦੀ ਸਾਰੀ ਨਿਜ਼ਾਮਤ ਜਿਹੜੀ ਹੈ, ਜਿਸ ਤਰੀਕੇ ਨਾਲ ਇਹ ਵੱਧ ਰਹੀ ਹੈ, ਇਹ ਆਪਣੇ ਤਾਬੂਤ ਸਿਰਜ ਰਹੀ ਹੈ। ਸੋ ਜਿਹੜਾ ਬਚਨ ਆਇਆ ਉਸ ਆਲਮ ਨੇ ਕਿਹਾ, ਉਹ ਕਹਿੰਦਾ ਕਿ ਮੇਰੀ ਸਰਫਰੋਸ਼ੀ ਦਾ ਅਸਰ ਕੀ ਨਹੀਂ ਹੋਣਾ। ਗੁਰੂ ਸਾਹਿਬ ਦੀ ਸ਼ਹਾਦਤ ਕਹਿ ਰਹੀ ਹੈ, ਤੈਨੂੰ ਤੇਥੋਂ ਮੌਤ ਦਾ ਦਿਉਤਾ ਬਣ ਕੇ ਵੀ ਜੀ ਨਹੀਂ ਹੋਣਾ। ਇੰਨਾ ਖੂਨ ਪੀ ਕੇ ਮੈਨੂੰ ਪਿਆਸਾ ਲੱਗਦਾ ਹੈ। ਬੜਾ ਖੂਨ ਪੀਤਾ, ਪਹਿਲਾਂ ਆਪਣਿਆਂ ਦਾ ਪੀਤਾ, ਕਿਉਂਕਿ ਜਿਹੜਾ ਆ ਆਪਣੇ ਭਰਾਵਾਂ ਦਾ ਕਤਲ ਕੀਤਾ, ਬਾਪ ਨੂੰ ਕੈਦ 'ਚ ਪਾਇਆ, ਆਲੇ ਦੁਆਲੇ ਵਜ਼ੀਰਾਂ ਦਾ, ਮਤਲਬ ਪੂਰੇ ਕੋੜਵੇਂ ਦੇ ਵਿੱਚ ਸਾਰੀ ਚੀਜ਼ ਕੀਤੀ। ਤੇ ਫਿਰ ਇਕੱਲਾ ਉਸ ਲੈਵਲ ਤੇ ਆ ਗਿਆ, ਤੇ ਉੱਥੇ ਆ ਕੇ ਗੱਦੀ ਆਸੀਨ ਹੋ ਗਿਆ। ਤੇ ਉਹਦੀ ਬਾਤ ਪਾਈ, ਕਹਿਣ ਲੱਗੇ ਗੱਲ ਇਹ ਹੈ ਕਿ ਮੌਤ ਦਾ ਦਿਉਤਾ ਬਣ ਕੇ ਵੀ ਤੂੰ ਜੀ ਨਹੀਂ ਸਕੇਗਾ। ਤੇ ਹਾਂ, ਖੂਨ ਬੜਾ ਪੀ ਲਿਆ ਤੂੰ, ਪਰ ਤੇਰੀ ਪਿਆਸ ਨਹੀਂ ਗਈ। ਪਰ ਚੇਤੇ ਰੱਖ, ਇੰਨੇ ਕੁ ਰਿਸੋਰਸ ਬਿਲਡ ਕੀਤੇ ਨੇ,
ਮਨੁੱਖੀ ਸਮਾਜ ਦੀ ਇੱਕ ਐਸੀ ਬੰਤਰ ਗੁਰੂ ਨਾਨਕ ਸਾਹਿਬ ਤੋਂ ਬਣਨੀ ਸ਼ੁਰੂ ਹੋਈ, ਜਿਹਨੂੰ ਸੱਤਾ ਤੇ ਬਲਵੰਤ ਡੂਮ ਨੇ ਕਿਹਾ ਸੀਗਾ, ਨਾਨਕ ਰਾਜ ਚਲਾਇਆ ਸਚ ਕੋਟ ਸਤਾਣੀ ਨੀਮ ਦੇ। ਇੱਕ ਐਸੇ ਰਾਜ ਦੀ, ਇੱਕ ਐਸੇ ਉਸ ਅਕਾਲੀ ਰੂਪ ਦੀ ਜਿਹੜੀ ਸਥਾਪਤੀ ਕੀਤੀ ਹੈ। ਤੇ ਇਹ ਰਾਜ ਬਾਹਰ ਦੇ ਤਖਤਾਂ ਦਾ ਰਾਜ ਨਹੀਂ ਗਾ, ਮਨੁੱਖੀ ਫਿਜ਼ਾਂ ਦੇ ਵਿੱਚ, ਉਹਦੇ ਦਿਲ ਦੇ ਵਿੱਚ ਇੱਕ ਐਸੇ ਰੌਂ ਭਰ ਦਿੱਤੀ ਹੈ ਕਿ ਉਹ ਕਿਸੇ ਕਿਸਮ ਦੇ ਜ਼ੁਲਮ ਨੂੰ, ਕਿਸੇ ਕਿਸਮ ਦੀ ਫਸੀਨੋ ਆਤਿਸ਼ ਨੂੰ ਉਹਨੂੰ ਵੇਖ ਕੇ ਘਬਰਾਏਗਾ ਨਹੀਂ। ਜਿਹਨੂੰ ਕਹਿੰਦੇ ਨੇ ਬਲਦੀ ਨੂੰ ਮੂੰਹ ਪੈਣਾ ਜਾ ਕੇ, ਉਹਨੂੰ ਜਿਹੜਾ ਹੈਗਾ ਆਪਣੇ ਮੂੰਹ ਦੇ ਉੱਤੇ ਲੋਹੇ ਦੇ ਹਥਿਆਰਾਂ ਨੂੰ ਸਹਿਣਾ। ਇਹੋ ਜਿਹੇ ਲੋਕ ਜਿਹੜੇ ਬਹਾਦਰਾਨਾ ਰੰਗ ਦੇ ਨਾਲ, ਦੇਖੋ ਨਾ ਤੁਸੀਂ ਗੁਰੂ ਸਾਹਿਬ ਦੇ ਨਾਲ ਹੀ 3 ਅਮਰ ਜੀਵੜੇ ਕਿਵੇਂ ਸ਼ਹਾਦਤ ਪ੍ਰਾਪਤ ਕਰਦੇ। ਸੋ ਇੱਕ ਐਸਾ ਪਵਿੱਤਰ ਖੂਨ ਪਾ ਖੂਨ ਜਿਹੜਾ ਹੈ ਲਗਾਤਾਰ ਆਏਗਾ, ਜਿਹੜਾ ਤੇਰੇ ਇਸ ਸਮਾਜ ਤੇ ਇਸ ਧਰਤੀ ਦੇ ਉੱਤੇ ਹੋਂਦ ਨੂੰ ਬਿਲਕੁਲ ਜਿਹੜਾ ਆ ਉਹਨੂੰ ਖਤਮ ਕਰ ਦੇਗਾ, ਉਹਨੂੰ ਨਦਾਰਤ ਕਰ ਦੇਗਾ। ਉਹਦੀ ਬਾਤ ਕੀਤੀ ਕਿ ਮੇਰੀ ਸਰਫਰੋਸ਼ੀ ਦਾ ਅਸਰ ਕੀ ਨਹੀਂ ਹੋਣਾ, ਤੇਥੋਂ ਮੌਤ ਦਾ ਦਿਉਤਾ ਬਣ ਕੇ ਵੀ ਜੀ ਨਹੀਂ ਹੋਣਾ। ਇੰਨਾ ਖੂਨ ਪੀ ਕੇ ਮੈਨੂੰ ਪਿਆਸਾ ਲੱਗਦਾ ਹੈ, ਮੈਂ ਇੰਨਾ ਖੂਨ ਡੋਲਾਂਗਾ ਤੇਥੋਂ ਪੀ ਨਹੀਂ ਹੋਣਾ। ਇੱਥੇ ਖੂਨ ਗਹਿ ਗੱਚ ਹੋ ਜਾਏਗਾ। ਜਿਹੜੀਆਂ ਤੂੰ ਮਨਿਆਈਆਂ ਕਰਨੀਆਂ ਚਾਹੁੰਦਾ ਹੈ ਨਾ, ਕਿ ਮੈਂ ਇਸ ਸਾਰੇ ਹਿੰਦੁਸਤਾਨ ਦੌਲਤ ਇਸਲਾਮੀਆਂ, ਮੈਂ ਇਹਨੂੰ ਆਪਣੀ ਹੀ ਸੋਚ ਦੇ ਵਿੱਚ ਰੰਗ ਲਾਂਗਾ, ਮੈਂ ਚਿੱਕੋ ਹਰਾ ਰੰਗ ਕਰ ਦਿਆਂਗਾ 4 ਚੁਫੇਰੇ, ਮੇਰਾ ਹੀ ਰੂਪ ਤੇ ਮੇਰੀ ਹੀ ਸੋਚ ਸਾਰੀ 4 ਚੁਫੇਰੇ ਚੱਲੇਗੀ। ਐਸਾ ਨਹੀਂ ਹੋਏਗਾ, ਕਿਉਂਕਿ ਇੱਕ ਪੂਰੀ ਦੀ ਪੂਰੀ ਫਿਜ਼ਾ ਹੈ। ਸੋ ਉਸ ਲੈਵਲ ਤੇ ਬਾਤ ਗੁਰੂ ਸਾਹਿਬ ਨੇ ਪਹਿਲੇ ਜਾਮੇ ਤੋਂ ਸਥਾਪਿਤ ਕਰਦਿਆਂ ਕਰਦਿਆਂ ਉਸ ਲੈਵਲ ਤੇ ਲਿਆਂਦੀ। ਅਖੀਰ ਫਿਰ ਅਸੀਂ ਉਸ ਜਗ੍ਹਾ ਤੇ ਖਾਸ ਕਰਕੇ, ਜੇ ਮੈਂ ਬਾਤ ਕੀਤੀ ਸੀ ਕਿ ਥੋੜ੍ਹਾ ਪਿਛੋਕੜ ਚ ਲਿਆਵਾਂਗਾ, ਫਿਰ ਅੱਗੇ ਅੱਗੇ ਤਵਾਰੀਖੀ ਰੰਗਾਂ ਨੂੰ ਬਿਆਨ ਕਰਾਂਗਾ। ਅਸੀਂ ਉਹ ਸਮਾਂ ਦੇਖਦੇ ਹਾਂ ਜਦੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ 7 ਮਹੀਨੇ ਦੇ ਘੇਰੇ ਵਿੱਚ ਰਹਿੰਦੇ ਨੇ। ਕੱਲ੍ਹ ਨੂੰ ਇੱਥੋਂ ਬਾਤ ਸ਼ੁਰੂ ਕਰਾਂਗਾ ਥੋੜ੍ਹੀ। ਫਿਰ ਉਸ ਤੋਂ ਬਾਅਦ ਜਿਹੜਾ ਸਰਸਾ ਨਦੀ ਦੇ ਕੰਢੇ ਉਹ ਸਭ ਵਾਪਰਦਾ ਹੈ, ਜਿਹਦੇ 'ਚ ਜੰਗ ਵਾਪਰ ਰਹੀ ਹੈ, ਜਿਹਦੇ 'ਚ ਵਿਛੋੜਾ ਪੈ ਰਿਹਾ ਹੈ। ਤੇ ਅਖੀਰ ਪਰਿਵਾਰ 2 ਹਿੱਸਿਆਂ 'ਚ ਵੰਡ ਕੇ ਇੱਕ ਹਿੱਸਾ ਕੁੰਮੇ ਮਾਛੀ ਦੇ ਝੁੱਗੀ ਵਿੱਚ ਰਹਿੰਦਾ, ਉੱਥੋਂ ਫਿਰ ਗੰਗੂ, ਤੇ ਉਸ ਤੋਂ ਬਾਅਦ ਫਿਰ ਬਾਇਆ ਮਰਿੰਡਾ ਚੌਂਕੀ ਤੋਂ ਹੁੰਦਾ ਹੋਇਆ ਸਰਹਿੰਦ ਸੂਬੇ ਦੀ ਕਚਹਿਰੀ ਦੇ 'ਚ ਪਹੁੰਚਦਾ ਆ। ਇੱਕ ਹਿੱਸਾ ਜਿਹੜਾ ਆ ਜਿਹਦੇ 'ਚ ਗੁਰੂ ਸਾਹਿਬ ਆਪ ਨੇ, ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਮੌਜੂਦ ਨੇ। ਉਹ ਫਿਰ ਰੋਪੜ ਵਾਲੀ ਸਾਈਡ ਤੋਂ ਕੋਟਲਾ ਨਿਹੰਗ ਤੋਂ ਹੁੰਦੇ ਹੋਏ ਆਲ ਦਾ ਵੇ ਜਿਹੜਾ ਆ ਚਮਕੌਰ ਦੇ ਮੈਦਾਨ ਦੇ ਵਿੱਚ ਉੱਥੇ ਪਹੁੰਚਦੇ ਨੇ। ਗੁਰੂ ਸਾਹਿਬ ਚਮਕੌਰ ਦੇ ਬਾਹਰ ਹੀ ਕਹਿੰਦੇ ਨੇ ਖੁੱਲੇ ਮੈਦਾਨ ਦੇ ਵਿੱਚ ਪੜਾ ਪਾਉਂਦੇ ਨੇ। ਪਰ ਉਸੇ ਨਗਰ ਦਾ ਇੱਕ ਕਿਰਸਾਨ ਜ਼ਿਮੀਂਦਾਰ ਹੈ ਜਿਹਦਾ ਤਵਾਰੀਖ ਨੇ ਨਾਂ ਬੁੱਧੀ ਚੰਦ ਕਰਕੇ ਲਿਖਿਆ ਆ, ਤੇ ਉਹ ਫਿਰ ਗੁਰੂ ਸਾਹਿਬ ਕੋਲ ਆਉਂਦਾ। ਗੁਰੂ ਸਾਹਿਬ ਮਤਲਬ ਜੁਰਤ ਦੇਖੋ ਤੁਸੀਂ ਇਹਦਾ। ਹਕੀਮ ਅੱਲਾ ਮੇਰੀ ਭਾਵਨਾ ਤੇ ਸੀ ਹਕੀਮ ਜੀ ਦੀਆਂ ਨਜ਼ਮਾਂ ਇੱਕ ਸਾਈਡ ਤੋਂ ਦੂਜੀ ਸਾਈਡ ਤੱਕ ਇਕੱਠੀਆਂ ਲੈ ਚੱਲਣਾ, ਪਰ ਜਿਹੜੀ ਬਾਤ ਉਹ ਜ਼ਿਕਰ ਕਰਦੇ, ਕਹਿੰਦੇ ਕਿ ਗੁਰੂ ਸਾਹਿਬ ਨੇ ਜਿਹੜੀ ਕਮਾਲ ਕੀਤੀ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿ ਐ ਸਤਿਗੁਰੂ ਗੋਬਿੰਦ ਤੂੰ ਅਬਰ ਕਰਮ ਹੈ, ਸਤਿਗੁਰੂ ਗੋਬਿੰਦ ਤੂੰ ਅਬਰ ਹਮਮ ਹੈ, ਸਾਨੀ तेरा दारा था सिकंदर है न जम है, खाता तेरे कदमों की फरीदों भी कसम है, हातिम का शिखावत से नाम भुलाया, जुर्रत से हमें रुस्तम बहराम भुलाया। मतलब जुर्रत की भी इंतहा ही है, ऐसी जुर्रत ਜਿਹਦੇ ਸਾਹਮਣੇ ਬੰਦਾ ਕਹੇਗਾ ਇਸ ਸਮੇਂ ਦੇ ਵਿੱਚ ਜਦੋਂ ਬੰਦੇ ਉਹ ਜੋ ਮੁਗਲ ਹਾਕਮ ਨੇ ਬੰਦਾ ਮੁਸ਼ਕ ਕਰਦੇ ਤੁਰੇ ਫਿਰਦੇ ਨੇ, ਉਸ ਦੌਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਗੁਰੂ ਨਾਨਕ ਸਾਹਿਬ ਦੇ ਪਾਏ ਹੋਏ ਉਸ ਬੀਜ ਨੂੰ ਫਲ ਪੈ ਰਿਹਾ ਆ। ਤੇ ਪੀਰ ਬੁੱਧੀ ਚੰਦ ਵਰਗੇ ਜੋ ਹੈਗਾ ਆ, ਉਸ ਭਾਈ ਬੁੱਧੀ ਚੰਦ ਵਰਗੇ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਤੋਂ ਆਪ ਸਪੈਸੀਫਿਕਲੀ ਆਉਂਦੇ ਤੇ ਗੁਰੂ ਸਾਹਿਬ ਨੂੰ ਆ ਕੇ ਬਿਆਨ ਕਰਦੇ, ਮਹਾਰਾਜ ਤੁਸੀਂ ਬਾਹਰ ਇੱਥੇ ਜਿਹੜਾ ਖੁੱਲੇ ਮੈਦਾਨ ਵਿੱਚ ਨਹੀਂ, ਮੈਨੂੰ ਪਤਾ ਆ ਹਾਲਾਤਾਂ ਬਾਰੇ ਪਤਾ ਲੱਗ ਰਿਹਾ ਕਿ ਉਹ ਮੁਗਲ ਫੌਜ ਪਿੱਛੇ ਆ ਰਹੀ ਹੈ, ਮੇਰੇ ਕੋਲ ਹੋਰ ਤੇ ਕੁਛ ਨਹੀਂ, ਕੋਈ ਬਹੁਤ ਵੱਡਾ ਕਿਲਾ, ਕੋਈ ਬਹੁਤ ਵੱਡੀ ਉਸ ਰੂਪ ਦੇ 'ਚ, ਪਰ ਇੱਕ ਹਵੇਲੀ ਜ਼ਰੂਰ ਹੈ ਮੇਰੀ, ਹੈ ਕੱਚੀ ਗੜੀ, ਪਰ ਦਾਤਾ ਤੂੰ ਤੇ ਬੇਅੰਤ ਆ। ਤੂੰ ਤੇ ਲਾਹੌਰ ਉਦੋਂ ਹੀ ਸਾ ਨਾ ਜਦੋਂ ਕੱਚੀਆਂ ਆਵਿਆਂ ਨੂੰ ਪੱਕਿਆਂ ਦੇ ਭਾਅ ਵਕਵਾ ਦਿੱਤਾ ਸੀ। ਲੋਕਾਂ ਦੇ ਪੱਕਿਆਂ ਆਵਿਆਂ ਦੀ ਗੱਲ ਨਾ ਰਹੀ, ਹਾਂ ਕੱਚੇ ਆਵੇ ਅਮਰ ਹੋ ਗਏ। ਪਾਤਸ਼ਾਹ
मैं भी तुहाडे सामने अरदास करदा हाँ, उस गढ़ी च आके चरण पाओ, उत्थे आके अपना टिकाणा करो, क्योंकि वो भावें कच्ची है पर जे तू कहें तू बख्शिश करेंगा तो हकीकत यह है उस वक्त तो लैके अज तक पता नहीं किन्नियां हवेलियां बनियां होणगियां ते किन्नियां ढह गईयां होणगियां। वो कच्ची गढ़ी कच्ची ना रह गई असल दे विच। दीन दुनिया दे मालिक ने उन्होंने सब तो पक्की ते सब तो सच्ची कीता। दुनिया का सब तो पाक खून जिहड़ा आ उस धरती दे हिस्से आया। बहादरी दलेरी दे रंगां नूं जिस तरीके नाल उन्हां मरजीवड़ियां ने छुया ते उन्हां ने जिहड़ा हैगा माणिया। धरती तो अज तक साडे कोल मिसाल ही कोई नहीं हैगी, मिसाल किहदे नाल देवांगे। फिर मैं हकीम जी नूं याद करांगा इत्थे जदों वो जिक्र करते ना कि वो दुनिया के लोगों तुसीं बड़े तीर्थां ते घूमदे हो, जगह जगह ते जाके तुसीं तीर्थ करदे हो, पर जे तुसीं मेरे तो पुछदे हो तो फिर मैं तुहानूं एक तीर्थ का नाम लवांगा जो हिंदुस्तान दे विच आ। वो कहंदे कि जे किते उधर जाओ ना तो जे उत्थे तुसीं एक जगह ते जाके नतमस्तक नहीं होए, उहदी जियारत नहीं कीती, उत्थे मत्था नहीं टेकिया, उहदी मिट्टी नूं चुक के अपने मत्थे नूं नहीं लाया, तुहाडा उस खिते विच जाना ही बेमानी हो जाएगा। उहदा सी लफ्ज़ टू लफ्ज़ पढ़िए तो वह कहंदा कि हिंद में एक ही तीर्थ है यात्रा के लिए। इक्को ही तीर्थ है यात्रा वास्ते, होर कोई दूजा तीर्थ नहीं हैगा। किहड़ा है जी? वो हिंद में एक ही तीर्थ है यात्रा के लिए। कटवाए बाप ने बच्चे थे जहाँ खुदा के लिए। खुदी लिए तो लोग रोज मरदे थे, खुदी लिए खुद ਲਈ अपने आप ਲਈ अपने स्वार्थां लालचां ਲਈ लोकी लड़ पैंदे, कतलो गारत भी कर देंदे। लोकी जिन्हों भगत नामदेव जी ने बाणी च कहा अपने धने जैसे अपने धने प्राणी मरण मांडा है। अपने धन वास्ते बंदा मरन लिए भी तैयार हो जाता है। उन्हें पता लगे कि वो मेरी कोई प्रॉपर्टी नूं वैंडलाइज कर रहा है, मेरे को प्लाट ते कब्जा कर गया या कोई होर कोई नुकसान होने लगा, वो रुकदा थोड़ा, वो कहंदा अगे वध के कहंदा नहीं नहीं या मर जांगा या मार देंगा या हालत में चला जाऊंगा। पर जिथे अपने लिए कुछ भी नहीं, सारा ही मनुखता दे भले ते कल्याण हितया, वो धरती दा खिता उस वीर बुद्धि चंद दी उस वीर बुद्धि चंद दी हवेली नूं गुरु साहब ने बनाया। उस जगह दे उस जिहड़े है रूप नूं, उस रंग नूं गुरु बाबा जी ने उस लैवल ते जिहड़ा आ सानूं सहजाया समझाया कि जदों उत्थे जाके फिर टिकाणा कीता, फिर जिवें गुरु साहब ने उत्थे रात गुजारी, फिर उत्थे दिन चढ़दा है, 4 चुपेरे मुलखैया चढ़ के आ जांदा वजीर खान दे नाल 10 लाख फौज लैके। ते गुरु साहब जिस तरीके दे नाल उस सारी चीज़ दे नाल जूझदे ते खीर जो संदेश स्नेहा मैसेज ते जिहदी रिलेवेंशन जिहदा अज दे समाज जिहड़ा रिलेवेंट हैगा वो सारे दे बाबत बात पाउंदियां होइयां असीं आउंदे समय च बात पावांगे। रागी वीर शायद आ गए ने जिन्होंने अगली सेवा आप जी की करनी है, वो आके हाज़री भरनगे। मैं आप समूह तो इत्थे इजाज़त लवांगा। जिवें कि आप जी नूं दस्सिया गया सीगा कि ये साडा विशेष प्रोग्राम हैगा। इस विशेष प्रोग्राम दे विच खास करके उगे रागी भाई महताब सिंह हजूरी रागी दरबार साहब, उन्होंने हाज़री भरनी है। भाई मनिंदर सिंह जी श्रीनगर वाले उन्होंने हाज़रीन होना आ। सो जिवें जिवें रागी वीर आउंदे रहणगे वो हाज़रीन हुंदे रहणगे। मेरे तो इत्थे ही भुलां गलतियां लई माफ़ी दिंदियां होइयां मेरी फतेह प्रवान करनी। वाहिगुरू जी का खालसा, वाहिगुरू जी